सत श्री अकाल। मैं हाँ जसवीर ते टीवी पंजाब के प्रोग्राम पंजाब नाउ च तुहाडा स्वागत है। 1200 करोड़ तो वध दा नुकसान, ये अंदाज़ा लाया गया पंजाब सरकार दे वल्लों। नुकसान होया हड़ां दा करके लगभग 19 ਜ਼ਿਲ੍ਹਿਆਂ ਦੇ ਵਿੱਚ ਵੱਡੀ ਤਾਦਾਦ 'ਚ ਪਿੰਡ ਡੁੱਬੇ, ਫਸਲਾਂ ਡੁੱਬੀਆਂ, ਲੋਕਾਂ ਦੇ ਘਰ ਟੱਠੇ, माल डंगर का नुकसान होया और वो अंदाज़ा है जी 1200 करोड़ तो थोड़ा जिहा वध नुकसान होया। ये रिपोर्ट भेजी गई है केंद्र सरकार को। खबर यह है कि केंद्र सरकार दे वल्लों हो सकता अगले हफ्ते मंगलवार नूं कुछ टीमां आउण जिहड़ियां इत्थे होए नुकसान की घोख पड़ताल करनगियां ते देखणगियां कि वो अंदाज़ा कितना को ठीक है कितना को गलत है, तो फिर उहदे तो बाद तवक्को रखी जाएगी कि केंद्र कुछ मदद देगा। पर इस सब दे विच ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈ ਕੇਂਦਰ ਦੀ ਮਦਦ ਦੀ, ਤੇ ਫਿਰ ਕੇਂਦਰੀ ਟੀਮਾਂ ਕਰਨ ਕੀ ਆ ਰਹੀਆਂ ਨੇ? ਫਿਰ ਕੇਂਦਰ ਨੂੰ ਆ ਨੁਕਸਾਨ ਦਾ ਐਸਟੀਮੇਟ ਕਿਉਂ ਭੇਜਿਆ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ? ਇਹ ਤਾਂ ਕਹਿੰਦੇ ਸਾਡੇ ਕੋਲ ਰਾਹਤ ਕੋਸ਼ ਦੇ ਵਿੱਚ ਪੈਸਾ ਹੀ ਬੜਾ ਆ, ਲੋੜ ਹੀ ਨਹੀਂ ਕਿਸੇ ਗੱਲ ਦੀ। ਸੋ ਇਹਦੇ ਉੱਤੇ ਥੋੜੀ ਜਿਹੀ ਚਰਚਾ ਕਰਨੀ ਹੈ ਤੇ ਇਸੇ ਸੰਦਰਭ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੱਲਾ ਬੋਲਿਆ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਉੱਤੇ, ਕਿਉਂਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਬੱਕਰੀ ਤੋਂ ਲੈ ਕੇ ਮੁਰਗੀ ਤੱਕ ਦਾ ਮੁਆਵਜ਼ਾ ਦੇਵਾਂਗੇ, ਪਰਵਾਹ ਕਰਨ ਦੀ ਲੋੜ ਨਹੀਂ ਆ। ਇੱਕ ਖਬਰ ਦੀ ਕਤਰਨ ਸਾਂਝੀ ਕਰਦੇ ਆ ਰਾਜਾ ਵੜਿੰਗ ਔਰ ਉਹਦੇ ਵਿੱਚ ਦਿਖਾਇਆ ਗਿਆ ਕਿ 2 ਘਰਾਂ ਦੀ ਛੱਤ ਡਿੱਗੀ ਤੇ ਛੱਤ ਦਾ ਜਿੰਨਾ ਕੁ ਮੁਆਵਜ਼ਾ ਦਿੱਤਾ ਉਹ ਕਹਿੰਦੇ ਇੰਨੇ ਦੀ ਤਾਂ ਰੇਤਾ ਦੀ ਟਰਾਲੀ ਨਹੀਂ ਆਉਂਦੀ, ਤੁਸੀਂ ਛੱਤ ਲਈ ਮੁਆਵਜ਼ਾ ਦੇ ਰਹੇ ਹੋ। ਅਜੇ ਕਹਿੰਦੇ ਆ ਮੁਰਗੀਆਂ ਲਈ ਵੀ ਅਸੀਂ ਮੁਆਵਜ਼ਾ ਦੇਵਾਂਗੇ। ਜ਼ਿਕਰ ਇਹਦੇ ਤੋਂ ਇਲਾਵਾ ਕੁਝ ਹੋਰ ਖਬਰਾਂ ਜਿਹੜੀਆਂ ਮਹੱਤਵਪੂਰਨ ਨੇ ਆਪਾਂ ਉਹਨਾਂ ਦਾ ਵੀ ਕਰਨਾ। थोड़ा गल इस गल की करांगे आपां कि मोटरां दे बिल आउणगे। यह गल सुखबीर बादल ने कहती है। वो कहंदे रल गई है कांग्रेस भी, रल गई है आम आदमी पार्टी भी, ते केंद्र वालों भी उही चीज़ां कीतियां जा रहीआं। फिक्र ना करो, कहंदे आउण वाले दिनां च मोटरां दे बिल आउणगे तुहानूं, ते अकाली दल करेगा इहदा विरोध। हुण वो किहड़े आधार ते गल्लां कहीआं गईआं ने कि मोटरां दे बिल आउणगे। जिक्र दिल्ली का भी करांगे। दिल्ली दे ऑर्डीनेंस नूं लैके जिहड़ा कल संसद दे विच हो हल्ला मचिया, दिल्ली वाली बिल्ली थैलियों बाहर आ गई है। किहड़ी पार्टी किन्नी को दिल्ली की हमैती है तो किन्नी को आपो अपना पक्ष रखण दे विच मसरूफ रही। तर्क कुतर्क किन्ने को संसद दे विच होए, किन्ने हिक तां थापड़ी, पर जदों अपनी गिरेबां च झाकिया तो लगा उत्थे भी काम खराब ही है। तो इहदे नाल धारा 370 आपां इहदा भी जिक्र करना, क्योंकि सुप्रीम कोर्ट दे विच बड़ी शिद्दत दे नाल इहदे उत्ते भी बहस लगातार चलती पई है। तमाम नुकतिਆਂ ਦੇ ਉੱਤੇ चर्चा करने लिए मेरे नाल मौजूद रहणगे सीनियर पत्रकार राजीव भास्कर जी। भास्कर साहब जी आन। धन्यवाद जसवीर जी। भास्कर साहब 1285 करोड़, लगभग 1500 तो वध पिंड, 19 ਜ਼ਿਲ੍ਹੇ, सतलुज होवे, ब्यास होवे, चाहे होवे रावी ते जां होवे घग्गर, ਜਿਹੜੇ ਪਿੰਡ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਸੀ ਨਾ, ਉਹਨਾਂ ਦਾ ਕੱਖ ਕੰਡਾ ਨਹੀਂ ਰਹਿਣ ਦਿੱਤਾ। ਲੋਕਾਂ ਦੀਆਂ ਫਸਲਾਂ ਦਾ ਕੱਖ ਕੰਡਾ ਨਹੀਂ ਰਹਿਣ ਦਿੱਤਾ। ਘਰਾਂ ਦੇ ਵਿੱਚ ਪਾਣੀ ਵੜ ਗਿਆ, ਉਹਨਾਂ ਦਾ ਨੁਕਸਾਨ, ਇਲੈਕਟ੍ਰੋਨਿਕ ਗੈਜਟਸ ਦਾ ਨੁਕਸਾਨ ਹੋਇਆ, ਪਸ਼ੂ ਮਾਲ ਡੰਗਰ ਦਾ ਨੁਕਸਾਨ ਹੋਇਆ, ਕਿਸੇ ਦੀਆਂ ਬੱਕਰੀਆਂ ਮਰੀਆਂ, ਕਿਸੇ ਦਾ ਕੁਛ ਤੇ ਕਿਸੇ ਦਾ ਕੁਛ। ਹੁਣ ਉਹ ਸਭ ਤੋਂ ਬਾਅਦ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕਿਤੇ ਭਾਸ਼ਣ ਦਿੰਦੇ, ਕਹਿੰਦੇ ਲੈ 218 ਕਰੋੜ ਰੁਪਇਆ ਦੇ ਕੇ ਸਾਡੇ ਤੋਂ ਤੀਜੇ ਦਿਨ ਹੀ ਹਿਸਾਬ ਮੰਗਣ ਲੱਗ ਪਏ, ਸਾਨੂੰ ਨਹੀਂ ਚਾਹੀਦੇ ਤੁਹਾਡੇ ਪੈਸੇ, ਬਹੁਤ ਪੈਸੇ ਆ ਸਾਡੇ ਕੋਲ। ਹੁਣ ਪਤਾ ਲੱਗਾ ਕੇਂਦਰ ਸਰਕਾਰ ਨੂੰ ਇੱਕ ਐਸਟੀਮੇਟ ਬਣਾ ਕੇ ਭੇਜਿਆ ਪੰਜਾਬ ਸਰਕਾਰ ਨੇ ਕਿ 1285 ਕਰੋੜ ਦਾ ਸਾਡਾ ਨੁਕਸਾਨ ਹੋਇਆ ਤੇ ਇੰਨਾ ਕੀ ਦੇ ਦਿਓ। ਹੁਣ ਉਹ ਐਸਟੀਮੇਟ ਕਿੰਨਾ ਠੀਕ ਹੈ ਕਿੰਨਾ ਗਲਤ ਹੈ ਇਹ ਜਾਂਚਣ ਲਈ ਕੇਂਦਰ ਦੀ ਟੀਮ ਆ ਰਹੀ ਹੈ। ਮੰਗਲਵਾਰ ਤੋਂ ਹੋ ਸਕਦਾ ਕਿ ਪਿੰਡਾਂ ਥਾਵਾਂ 'ਚ ਉਹ ਤੁਹਾਨੂੰ ਘੁੰਮਦੀ ਨਜ਼ਰ ਆਵੇ। ਮਤਲਬ ਬਾਂਹ ਬਾਅਦ 'ਚ ਫੜਨੀ ਆ, ਪਹਿਲਾਂ ਆਪਣੇ ਕੰਮ ਪੂਰੇ ਕਰਨੇ। ਜੇ ਤੁਸੀਂ ਕੇਂਦਰ ਕੋਲ ਰਿਪੋਰਟ ਭੇਜ ਰਹੇ ਹੋ, ਰਿਪੋਰਟ ਭੇਜ ਦਿਓ। ਹੁਣ ਤੱਕ ਤਾਂ ਲੋਕਾਂ 'ਚ ਤੁਹਾਡਾ ਮੁਆਵਜ਼ਾ ਵੰਡਿਆ ਹੋਣਾ ਚਾਹੀਦਾ ਸੀ, ਜਿਹੜਾ ਭਗਵੰਤ ਮਾਨ ਹੋਰੀ ਕਹਿੰਦੇ ਸੀ ਖਜ਼ਾਨਾ ਭਰਿਆ ਪਿਆ। देखो जिथे तक खजाना भरन की गल हैगी है, जदों तो यह हड़ आए ने तद तो लगातार इस मुद्दे ते राजनीति हो रही है। फोटो सैशन तो लैके अपोजिशन पार्टी के लीडरां दा उत्थे जाना, कई लीडरां दा विरोध होना,
ਇਹਨਾਂ ਸਾਰੀ ਗੱਲਾਂ ਦੇ ਪਿੱਛੇ ਇੱਕ ਸਿਆਸਤ ਸੀਗੀ। ਇਹ ਤਕਰੀਬਨ ਆਮ ਆਦਮੀ ਯਾਨੀ ਪੰਜਾਬ ਦੇ ਆਮ ਲੋਕਾਂ ਨੂੰ ਵੀ ਇਹ ਗੱਲ ਸਮਝ ਆ ਰਹੀ ਸੀ। ਹੜ੍ਹ ਕੰਟਰੋਲ ਹੋਏ, ਹਜੇ ਤੇ ਪੂਰੇ ਤਰੀਕੇ ਨਾਲ ਕੰਟਰੋਲ ਵੀ ਨਹੀਂ ਹੋਏ ਨੇ ਜੀ। ਹਜੇ ਵੀ ਜਦੋਂ ਭਾਖੜਾ ਤੋਂ ਪਾਣੀ ਛੱਡਿਆ ਗਿਆ ਔਰ ਜਿਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈ, ਹੜ੍ਹਾਂ ਦੇ ਫੇਰ ਇੱਕ ਸੰਕੇਤ ਜੇ ਮਿਲਦੇ ਨੇ ਕਿ 4-5 ਦਿਨ ਪੰਜਾਬ ਦੇ ਵਿੱਚ ਯੈਲੋ ਅਲਰਟ। ਉਹ ਯੈਲੋ ਅਲਰਟ ਇੱਕ ਤਰੀਕੇ ਨਾਲ ਪੰਜਾਬੀਆਂ ਨੂੰ ਸੁਕਾ ਦਿੰਦਾ ਹੈ ਇਸ ਕਰਕੇ ਕਿ ਹੜ੍ਹ ਦਾ ਡਰ, ਕਿਉਂਕਿ ਹੜ੍ਹ ਨੂੰ ਹਜੇ ਤੱਕ ਪੂਰੇ ਤਰੀਕੇ ਨਾਲ ਨਿਪਟਿਆ ਨਹੀਂ ਜਾ ਸਕਿਆ। ਹੜ੍ਹ ਜਦ ਖਤਮ ਵੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਬਿਮਾਰੀਆਂ ਫੈਲਦੀਆਂ, ਸਾਰਿਆਂ ਨੂੰ ਪਤਾ ਹੈ। ਪਸ਼ੂ ਕਈਆਂ ਦੀ ਮੌਤ ਔਰ ਨੁਕਸਾਨ ਜਾਨ ਮਾਲ, ਯਾਨੀ ਇਹ ਸਾਰੀ ਗੱਲਾਂ ਤੋਂ ਜਦ ਨਿਕਲਣ ਦੀ ਗੱਲ ਆ ਰਹੀ ਹੈ ਫਿਰ ਇੱਕ ਵਾਰ ਰਾਜਨੀਤੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਉਹਨਾਂ ਨੇ ਬਨਵਾਰੀ ਲਾਲ ਪੁਰੋਹਿਤ ਉਹਨਾਂ ਨੂੰ ਮਿਲ ਕੇ, ਸਾਡੇ ਗਵਰਨਰ ਸਾਹਿਬ, ਉਹਨਾਂ ਨੂੰ ਇੱਕ ਚਿੱਠੀ ਦਿੱਤੀ ਸੀ। ਕਿਹਾ ਸੀਗਾ ਕਿ ਹੜ੍ਹਾਂ ਦਾ ਇੰਤਜ਼ਾਮ ਟਾਈਮ ਤੇ ਨਾ ਕੀਤਾ। ਇਹ ਇੱਕ ਮੇਨ ਵਜ੍ਹਾ ਹੈਗੀ ਹੈ ਕਿ ਇਹ ਪੰਜਾਬ ਦੇ ਵਿੱਚ 1500 ਤੋਂ ਵੱਧ ਪਿੰਡ ਹੜ੍ਹਾਂ ਦੀ ਚਪੇਟ ਵਿੱਚ ਆ ਗਏ। ਜੇ ਇੰਤਜ਼ਾਮ ਕੀਤੇ ਹੁੰਦੇ ਔਰ ਜਿਹੜੇ ਕੇਂਦਰ ਨੇ 218 ਕਰੋੜ ਰੁਪਏ ਭੇਜੇ ਨੇ, ਉਹਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਰਹੀ? ਸੁਨੀਲ ਜਾਖੜ ਉਹਨਾਂ ਦਾ ਬਾਰ-ਬਾਰ ਸਵਾਲ ਹੁੰਦਾ ਸੀਗਾ। ਦੂਜੇ ਪਾਸੇ ਭਗਵੰਤ ਮਾਨ ਉਹਨਾਂ ਦੀ ਆਪਣੇ ਹੀ ਸਿਆਸੀ ਸਟੇਜਾਂ ਤੋਂ ਇਹ ਗੱਲ ਕਹਿਣਾ ਕਿ ਨਹੀਂ ਚਾਹੀਦੇ ਸਾਨੂੰ ਪੈਸੇ ਕੇਂਦਰ ਤੋਂ, ਸਾਡੇ ਕੋਲ ਬਹੁਤ ਪੈਸੇ ਨੇ, ਹੈਗੇ ਨੇ ਪੈਸੇ। ਫਿਰ ਤੁਹਾਡੇ ਵਿੱਤ ਮੰਤਰੀ ਕਦੀ 1500 ਕਰੋੜ, ਕਦੀ 1285 ਕਰੋੜ, ਇਹ ਪੈਕੇਜ ਕਿਉਂ ਮੰਗ ਰਹੇ ਨੇ? ਆ ਗਈ ਟੀਮ ਸੈਂਟਰ ਤੋਂ ਹੁਣ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ। ਉਹ ਟੀਮ ਕਿਉਂ ਆਈ ਹੈ? ਸਾਡੇ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਸਾਨੂੰ ਪੈਸੇ ਚਾਹੀਦੇ ਨਹੀਂ। ਜਿਹੜੇ ਹੜ੍ਹਾਂ ਦੇ ਵਿੱਚ ਡੁੱਬੇ ਹੋਏ ਲੋਕ, ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਇਸ ਟਾਈਮ, ਈਵਨ ਪਾਣੀ ਦੀ ਬੋਤਲਾਂ ਤੋਂ ਲੈ ਕੇ ਘਰ ਨੂੰ ਦੁਬਾਰਾ ਵਸਾਉਣ ਦੀ ਚਿੰਤਾ, ਮਰੇ ਹੋਏ ਪਸ਼ੂਆਂ ਦੇ ਥਰੂ ਫੈਲੀ ਹੋਈ ਬਿਮਾਰੀਆਂ ਨੂੰ ਕੰਟਰੋਲ ਕਰਨ ਦੀ ਚਿੰਤਾ। ਹੁਣ ਇੱਦਾਂ ਦੇ ਹਾਲਾਤ ਦੇ ਵਿੱਚ ਬਿਨਾਂ ਪੈਸੇ ਤੋਂ ਕੰਮ ਨਹੀਂ ਹੋਏਗਾ। ਠੀਕ ਹੈ, ਅਸੀਂ ਮੰਨਦੇ ਹਾਂ ਭਗਵੰਤ ਮਾਨ ਜੀ, ਤੁਹਾਡੀ ਸਰਕਾਰ ਕੋਲ ਬਹੁਤ ਪੈਸੇ ਨੇ। ਜਦ ਤੁਸੀਂ ਬਹੁਤ ਕਹਿੰਦੇ ਹੋ ਨਾ, ਔਰ ਸਾਨੂੰ ਕੇਂਦਰ ਤੋਂ ਭਿੱਖ ਮੰਗਣ ਦੀ ਜ਼ਰੂਰਤ ਨਹੀਂ। ਆ ਜਿਹੜੀ ਟੀਮ ਆਈ ਹੈ ਨਾ ਕੇਂਦਰ ਦੀ, ਭੇਜੋ ਵਾਪਸ, ਨਹੀਂ ਚਾਹੀਦੀ ਟੀਮ। ਫਿਰ ਜੇ ਤੁਸੀਂ ਪੈਸੇ ਖਰਚ ਸਕਦੇ ਹੋ ਤਾਂ ਖਰਚੋ, ਜੇ ਨਹੀਂ ਖਰਚ ਸਕਦੇ ਹੋ ਤੇ ਫਿਰ ਸਾਡੀ ਗੁਜ਼ਾਰਿਸ਼ ਹੈਗੀ ਹੈ ਉਹ ਹਾਈ ਕੋਰਟ, ਉਹ ਸੁਪਰੀਮ ਕੋਰਟ ਨੂੰ ਵੀ, ਜਿਸ ਤਰੀਕੇ ਨਾਲ 415 ਕਰੋੜ ਰੀਜਨਲ ਰੈਪਿਡ ਟਰਾਂਸਪੋਰਟ ਸਿਸਟਮ ਵਾਸਤੇ ਤੁਸੀਂ ਦਿੱਲੀ ਦੇ ਐਡਵਰਟਾਈਜ਼ਮੈਂਟ ਦੇ ਬਜਟ ਨੂੰ ਰੋਕ ਕੇ ਦੇਣ ਦੀ ਗੱਲ ਕੀਤੀ ਹੈ ਨਾ, ਇਹਨਾਂ ਦੇ ਵੀ ਬਜਟ ਰੋਕੋ। 2 ਸਾਲ ਦਾ ਬਜਟ ਰੋਕਦੇ ਹੋ ਨਾ ਇਹਨਾਂ ਦਾ ਐਡਵਰਟਾਈਜ਼ਮੈਂਟ ਦਾ, ਤੇ ਤੁਹਾਡੇ 1500 ਕਰੋੜ ਬਣਦੇ ਨੇ ਤੇ ਹੜ੍ਹ ਤੋਂ ਨਿਪਟਣ ਦਾ ਸਾਰਾ ਇੰਤਜ਼ਾਮ ਹੋ ਜਾਂਦਾ ਨਾ। ਕਰੋ ਐਡਵਰਟਾਈਜ਼ਮੈਂਟ ਬੰਦ, ਕਰੋ ਇਹ ਬਜਟ ਅਬੋਲਿਸ਼, ਇਸ ਬਜਟ ਨੂੰ ਇੱਥੇ ਖਰਚ ਕਰੋ, ਲੋਕ ਤੁਹਾਡੀ ਬੱਲੇ ਬੱਲੇ ਕਰਨਗੇ। ਪਰ ਚਲੋ ਹੁਣ ਬੱਲੇ ਬੱਲੇ ਤੁਹਾਨੂੰ ਜ਼ਬਰਦਸਤੀ ਕਰਾਉਣੀ ਤੇ ਆਉਂਦੀ ਹੈ, ਪਰ ਬੱਲੇ ਬੱਲੇ ਲੋਕਾਂ ਦੀ ਮਦਦ ਕਰਕੇ ਕਰਵਾਉਣੀ ਨਹੀਂ ਆਉਂਦੀ। ਔਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਹੁਣ ਰਾਜਾ ਵੜਿੰਗ ਉਹਨਾਂ ਦੀ ਉਹ ਪੋਸਟ, ਆਪਾਂ ਉਹਦੀ ਵੀ ਗੱਲ ਕਰਨੀ ਆ। ਪਰ ਇੱਥੇ ਇੱਕ ਚੀਜ਼ ਹੋ ਰਿਹਾ ਭਾਸਕਰ ਸਾਹਿਬ, ਕਿ ਜਦੋਂ ਸਾਡੇ ਮੁੱਖ ਮੰਤਰੀ ਇਹ ਕਹਿ ਦਿੰਦੇ ਆ ਕਿ ਸਾਨੂੰ ਕੇਂਦਰ ਤੋਂ ਭੀਖ ਨਹੀਂ ਚਾਹੀਦੀ, ਅਸੀਂ ਨਹੀਂ ਲਵਾਂਗੇ, ਕਿਉਂ ਨਹੀਂ ਲੈਣੇ? ਕੇਂਦਰ ਕਿੱਥੋਂ ਲੈ ਕੇ ਜਾਂਦਾ ਪੈਸੇ? ਅਸੀਂ ਟੈਕਸ ਤਾਰਦੇ ਆ, ਸਾਡੇ ਹੀ ਪੈਸੇ ਆ, ਸਾਡੇ ਤੇ ਖਰਚ ਕਰਨੇ ਆ। ਇਹ ਤਾਂ ਸਗੋਂ ਹੱਕ ਬਣਦਾ। ਮੈਂ ਕਹਿੰਦਾ ਜਿੱਥੇ 1285 ਕਰੋੜ ਦਾ ਨੁਕਸਾਨ ਹੈਗਾ, ਉੱਥੇ ਕਹੋ ਭਾਈ ਤੁਸੀਂ 2000 ਕਰੋੜ ਦਿਓ ਸਾਨੂੰ, ਕਿ ਇੰਨਾ ਕੁ ਅਸੀਂ, ਕੁਝ 2000 ਕਰੋੜ ਤੁਸੀਂ ਦਿਓ, ਕੁਝ ਅਸੀਂ ਪਾਉਂਦੇ ਆ। ਤੇ ਇਸ ਤਰੀਕੇ ਨਾਲ ਲੋਕਾਂ ਦਾ ਜਿੰਨਾ ਨੁਕਸਾਨ ਹੋਇਆ, ਇੱਕ ਪਾਈ ਉਹਨਾਂ ਨੂੰ ਮਿਲਣੀ ਚਾਹੀਦੀ ਮੁਆਵਜ਼ੇ ਦੀ ਰਕਮ ਦੇ ਮੁਤਾਬਕ। ਤਾਂ ਚਲੋ ਤੈਅ ਚੀਜ਼ਾਂ ਉਹ ਪਤਾ ਨਹੀਂ ਕਦੋਂ ਦੀਆਂ ਤੈਅ ਹੋਈਆਂ ਕਿ ਘਰ ਦਾ ਇੰਨਾ ਪੈਸਾ। ਹੁਣ ਦੇਖ ਲਓ ਹਿਮਾਚਲ ਨੂੰ ਜੋ ਮਰਜ਼ੀ ਕਹਿ ਲਓ, ਹਿਮਾਚਲ ਦੇ ਸੁਖਵਿੰਦਰ ਸੁੱਖੂ ਨੇ ਅਜੇ ਵੀ ਉੱਥੇ ਉਹੀ ਸਥਿਤੀਆਂ ਬਣੀਆਂ। ਪੈਂਦੀ ਸੱਟੇ ਅਨਾਉਂਸਮੈਂਟ ਕਰਤੀ ਕਿ ਜਿਹਨੂੰ ਪਹਿਲਾਂ ਕਿਤੇ ਮੁਆਵਜ਼ੇ ਦਾ ਮਿਲਦਾ ਹੁੰਦਾ ਸੀਗਾ 10,000 ਰੁਪਈਆ, ਉਹਨੂੰ ਮਿਲੂਗਾ 50,000। ਜਿਹਨੂੰ ਮਿਲਦਾ ਸੀ 1 ਲੱਖ, ਉਹਨੂੰ ਮਿਲੇਗਾ 5 ਲੱਖ। ਮਤਲਬ ਉਹਨਾਂ ਨੇ ਅਨਾਉਂਸਮੈਂਟ ਕਰਤੀ, ਔਰ ਉਹ ਜੇ ਨਹੀਂ ਦਿੰਦੇ ਤਾਂ ਫਿਰ ਝੂਠੇ ਪੈਂਦੇ। ਸਾਡੇ ਤਾਂ ਕੋਈ ਅਨਾਉਂਸਮੈਂਟ ਹੀ ਨਹੀਂ ਕੀਤੀ ਇਹਨਾਂ ਨੇ ਕਿ ਕਿੰਨਾ ਦੇਣਾ। ਅਨਾਉਂਸਮੈਂਟ ਕੀਤੀ ਹੈ, ਅਨਾਉਂਸਮੈਂਟ ਇਹੀ ਕੀਤੀ ਹੈ ਕਿ ਕੇਂਦਰ ਤੋਂ ਸਾਨੂੰ 1 ਪੈਸਾ ਨਹੀਂ ਚਾਹੀਦਾ। ਹੁਣ ਇਹ ਤੇ ਸਿਚੁਏਸ਼ਨ ਸਾਡੇ ਸੂਬੇ ਦੇ ਵਿੱਚ ਐਦਾਂ ਦੀ ਹੋ ਗਈ ਕਿ ਮੁੱਖ ਮੰਤਰੀ ਜਿਨ੍ਹਾਂ ਦੇ ਸਾਹਮਣੇ ਕਈ ਬੰਦੇ ਡੁੱਬ ਰਹੇ ਨੇ, ਉਹ ਡੁੱਬਦੇ ਬੰਦੇ ਨੂੰ ਬਚਾਉਣ ਦੀ ਬਜਾਏ ਜਿਹੜਾ ਕੋਈ ਬਚਾਉਣ ਆਉਂਦਾ ਉਹਨੂੰ ਕਹਿੰਦੇ ਨੇ ਪਰਾਂ ਹਟ ਜਾ, ਇਹ ਬੰਦਾ ਸਾਡਾ, ਅਸੀਂ ਇਹ ਬਚਾਉਣਾ। ਨਾ ਤੁਸੀਂ ਬਚਾਉਂਦੇ ਉਹਨੂੰ, ਨਾ ਕਿਸੇ ਹੋਰ ਨੂੰ ਉਹਦੀ ਮਦਦ ਕਰਨ ਦੇ ਰਹੇ ਹੋ। ਇੱਦਾਂ ਦੇ ਹਾਲਾਤ ਦੇ ਵਿੱਚ ਅੱਗੇ ਚੱਲ ਕੇ ਸਵਾਲ ਵੱਡੇ ਹੋਣਗੇ, ਔਰ ਵੱਡੇ ਸਵਾਲਾਂ ਦਾ ਜਵਾਬ, ਜਿਸ ਤਰ੍ਹਾਂ ਅਸੀਂ ਕਈ ਵਾਰ ਕਹਿ ਚੁੱਕੇ ਹਾਂ, ਦੇਣਾ ਔਖਾ ਹੋਏਗਾ। ਜਿਸ ਤਰ੍ਹਾਂ ਹੁਣ ਐਡਵਰਟਾਈਜ਼ਮੈਂਟ ਤੇ ਬਜਟ ਦੀ ਗੱਲ ਕੀਤੀ ਹੈ, ਹਜੇ ਇਹ ਬੜੇ ਸ਼ੁਰੂਆਤੀ ਲੈਵਲ ਤੇ, ਹਜੇ ਸਾਡੇ ਪ੍ਰੋਗਰਾਮ ਤੇ ਲੈਵਲ ਤੇ ਹੈ। ਇਹੀ ਗੱਲ ਜਦ ਕੋਰਟਾਂ ਦੇ ਵਿੱਚ ਗਈ ਤੇ ਤੁਸੀਂ ਕੀ ਜਵਾਬ ਦਿਓਗੇ? ਸੁਪਰੀਮ ਕੋਰਟ ਨੇ ਕਰਤਾ ਨਾ, ਤੁਹਾਡਾ ਕਹਿਤਾ ਨਾ, ਧਮਕੀ ਦੇ ਦਿੱਤੀ ਕਿ ਆ ਤੁਹਾਡਾ ਜਿਹੜਾ 1100 ਕਰੋੜ 1500 ਕਰੋੜ ਦਾ ਜਿਹੜਾ ਬਜਟ ਹੈ ਦਿੱਲੀ ਵਾਲਾ, ਉਹਨੂੰ ਅਟੈਚ ਕਰਕੇ ਆਪਾਂ ਉਹ 415 ਕਰੋੜ ਰੁਪਏ ਓਰੀਜਨਲ ਟਰਾਂਸਪੋਰਟ ਸਿਸਟਮ ਦੇ ਵਾਸਤੇ ਦੇਣਗੇ ਜੀ। ਇਦਾਂ ਦੀ ਹੜ੍ਹਾਂ ਦੀ ਮਦਦ ਦੇ ਉੱਤੇ ਇਹਨਾਂ ਦੇ 750 2 ਸਾਲ ਦੇ ਬਜਟ ਨੂੰ ਕਰ ਦਿਓ ਫਰੀਜ਼, ਤੇ ਉਹ 1500 ਕਰੋੜ ਰੁਪਏ ਹੜ੍ਹ ਤੋਂ ਅਫੈਕਟਡ ਲੋਕਾਂ ਦੀ ਮਦਦ ਵਾਸਤੇ ਲਾਏ ਜਾਣ। ਇਹ ਮੇਰੀ ਕੋਰਟਾਂ ਨੂੰ ਵੀ ਗੁਜ਼ਾਰਿਸ਼ ਹੈਗੀ ਹੈ। ਖੈਰ ਕੋਰਟਾਂ ਦੇ ਵਿੱਚ ਤੇ ਅਪੀਲ ਪਾਣੀ ਪੈਂਦੀ ਹੈ। ਵੈਸੇ ਇੱਕ ਚੀਜ਼ ਹੋਰ ਵੀ ਹੈ ਭਾਸਕਰ ਸਾਹਿਬ,
ਇਹ ਵੀ ਬੜੀ ਤਰਾਸਦੀ ਹੈ ਨਾ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਕਿ ਆ ਜਿਹੜਾ ਵਿਗਿਆਪਨ ਵਾਲਾ ਪੈਸਾ ਹੁੰਦਾ ਨਾ, ਅਸਲ 'ਚ ਇਸ ਕਰਕੇ ਨਹੀਂ ਹੁੰਦਾ ਕਿ ਤੁਸੀਂ ਆਪਣਾ ਚਿਹਰਾ ਚਮਕਾਉਣਾ। ਨਾ ਤਾਂ ਇਹ ਅਸ਼ੋਕ ਗਹਿਲੋਤ ਨੂੰ ਇਸ ਕਰਕੇ ਹੱਕ ਮਿਲਦਾ ਕਿ ਪ੍ਰਚਾਰ ਕਰਨ ਕਿ ਉਹ ਦੂਜੇ ਸੂਬਿਆਂ 'ਚ ਆਪਣੀ ਫੋਟੋ ਲਾ ਕੇ ਅਖਬਾਰਾਂ 'ਚ ਦੇਣ, ਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਹੱਕ ਮਿਲਦਾ ਕਿ ਤੁਸੀਂ ਦੂਜੇ ਸੂਬਿਆਂ 'ਚ ਲਾਓ, ਨਾ ਯੋਗੀ ਆਦਿੱਤਿਆਨਾਥ ਨੂੰ ਮਿਲਦਾ। ਮਤਲਬ ਸਾਰੀਆਂ ਪਾਰਟੀਆਂ ਲਈ ਹੈ। ਇਹ ਕਾਹਦੇ ਲਈ ਹੁੰਦਾ? ਵਿਗਿਆਪਨ ਹੁੰਦਾ ਹੈ ਕਿ ਜਿਹੜੀ ਸਰਕਾਰ ਦੀ ਸਕੀਮ ਹੁੰਦੀ ਹੈ ਕਈ ਵਾਰੀ ਲੋਕਾਂ ਤੱਕ ਵੈਸੇ ਨਹੀਂ ਪਹੁੰਚ ਸਕਦੀ, ਤੁਸੀਂ ਉਹਦਾ ਪ੍ਰਚਾਰ ਕਰਨਾ ਹੁੰਦਾ ਲੋਕਾਂ 'ਚ ਕਿ ਆਹ ਸਕੀਮ ਹੈ ਭਾਈ, ਇਹਦਾ ਵੱਧ ਤੋਂ ਵੱਧ ਲਾਹਾ ਲਓ। ਸਕੀਮਾਂ ਦਾ ਤਾਂ ਪ੍ਰਚਾਰ ਘੱਟ ਹੁੰਦਾ, ਫੋਟੋ ਤਾਂ ਇਹਨਾਂ ਦੀ ਵੱਡੀ ਹੁੰਦੀ ਹੈ, ਸਕੀਮ ਤਾਂ ਦਿਸਦੀ ਨਹੀਂ ਕਿਤੇ। ਜ਼ਿਆਦਾਤਰ ਪ੍ਰਚਾਰ ਦੇਖੋ ਤੁਸੀਂ ਉਹ ਪ੍ਰਚਾਰ ਜਾਂ ਉਸ ਵਿਗਿਆਪਨ ਦੀ ਤਰਫ ਧਿਆਨ ਦਿਓ। ਸਾਡਾ ਕੰਮ ਬੋਲਦਾ। ਹੁਣ ਤੁਹਾਡਾ ਕੰਮ ਬੋਲਦਾ ਹੈ ਤੇ ਫਿਰ ਤੁਹਾਨੂੰ ਐਡਵਰਟਾਈਜ਼ਮੈਂਟ ਦੇਣ ਦੀ ਕੀ ਲੋੜ ਹੈ? ਵਾਕਈ ਅਗਰ ਤੁਹਾਡਾ ਕੰਮ ਬੋਲਦਾ ਹੁੰਦਾ ਤੇ ਫਿਰ ਇੰਨੇ ਪੈਸੇ ਖਰਚ ਕਰਕੇ ਇਹ ਗੱਲ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਾਡਾ ਕੰਮ ਬੋਲਦਾ। ਹੁਣ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਸਰਕਾਰ ਕਿਸ ਤਰੀਕੇ ਨਾਲ ਅੱਗੇ ਚੱਲ ਰਹੀ ਹੈ। ਉਹਨਾਂ ਦੀ ਬਿਜਲੀ ਫ੍ਰੀ ਕਰਤੀ, ਬਹੁਤ ਚੰਗਾ ਕੰਮ ਕੀਤਾ, ਗਰੀਬਾਂ ਨੂੰ ਬਹੁਤ ਰਾਹਤ ਮਿਲੀ, ਪਰ ਉਹਦੇ ਪੈਸੇ ਵਾਸਤੇ ਤੁਸੀਂ ਕਰਜ਼ਾ ਲੈ ਕੇ, ਯਾਨੀ ਪੰਜਾਬ ਦੇ ਵਿੱਚ ਕਰਜ਼ੇ ਦਾ ਬੋਝ ਹੋਰ ਚੜਾ ਕੇ ਲੋਕਾਂ ਨੂੰ ਫ੍ਰੀ ਬਿਜਲੀ ਦੇਣ ਦੀ ਗੱਲ ਕਰਦੇ ਹੋ। ਇੱਦਾਂ ਦਾ ਕਿੱਦਾਂ ਫਾਇਦਾ? ਚੰਗੀ ਗਵਰਨੈਂਸ, ਗੁੱਡ ਗਵਰਨੈਂਸ ਅਕਸਰ ਕਿਸੇ ਵੀ ਚੰਗੀ ਸਰਕਾਰ ਦੇ ਨਾਲ ਜੁੜੀ ਹੁੰਦੀ ਹੈ। ਗੁੱਡ ਗਵਰਨੈਂਸ ਇਹ ਹੁੰਦੀ ਹੈ ਤੁਸੀਂ ਜਿਹੜਾ ਬਜਟ ਹੈਗਾ ਉਸ ਤੋਂ ਇਲਾਵਾ ਕੁਝ ਆਪਣੀ ਇਨਕਮ ਵਧਾ ਕੇ, ਸੂਬੇ ਦੀ ਇਨਕਮ ਵਧਾ ਕੇ, ਉਸ ਇਨਕਮ ਦੇ ਰਾਹੀਂ ਇਹ ਬਿਜਲੀ ਫ੍ਰੀ ਕੀਤੀ ਹੁੰਦੀ ਤੇ ਸ਼ਾਇਦ ਜ਼ਿਆਦਾ ਵਧੀਆ ਹੁੰਦਾ। ਹੁਣ ਕਰਜ਼ਾ ਲੈ ਕੇ ਕਰਜ਼ਾ ਮਾਫ ਕਰਨਾ ਕਿੰਨੀ ਕੁ ਅਕਲਮੰਦੀ ਵਾਲੀ ਗੱਲ ਹੈਗੀ ਹੈ। ਤੇ ਇੱਕ ਬੇਸਿਕ ਕੋਈ ਵੀ ਵਿਅਕਤੀ ਸਮਝ ਸਕਦਾ ਹੈ ਕਿ ਇੱਦਾਂ ਦੀ ਇਕਨੋਮੀ ਨੂੰ ਕਿੰਨੀ ਦੇਰ ਤੱਕ ਸਸਟੇਨ ਕਰਾਇਆ ਜਾ ਸਕਦਾ ਹੈ, ਕੀਤਾ ਜਾ ਸਕਦਾ ਹੈ। ਹੁਣ ਅਗਰ ਇਸ ਪਟੜੀ ਤੇ ਅਸੀਂ ਤੁਰ ਗਏ ਹਾਂ ਤੇ ਕਿੱਥੇ ਜਾ ਕੇ ਨਿਕਲਾਂਗੇ? ਹੁਣ ਨਿਕਲਣ ਦੀ ਕੋਈ ਥਾਂ ਨਹੀਂ ਮਿਲਣੀ, ਡੁੱਬ ਜਾਵਾਂਗੇ। ਜੇ ਡੁੱਬ ਜਾਵਾਂਗੇ ਤੇ ਫਿਰ ਉਸ ਤਰੀਕੇ ਨਾਲ ਹੀ ਸਾਡਾ ਹੱਲ ਹੋਏਗਾ। ਜਿਹੜੇ ਹੁਣ ਹੜ੍ਹਾਂ ਤੋਂ ਅਫੈਕਟਡ ਲੋਕ ਹੈਗੇ ਨੇ, ਜਿਨ੍ਹਾਂ ਨੂੰ ਕੇਂਦਰ ਅਗਰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰੇ, ਤੁਸੀਂ ਕਹਿੰਦੇ ਹੋ ਭੀਖ ਨਹੀਂ ਚਾਹੀਦੀ, ਅਸੀਂ ਬਚਾਉਣਾ ਨਹੀਂ, ਕਿਸੇ ਹੋਰ ਨੂੰ ਬਚਾਉਣ ਨਹੀਂ ਦੇਣਾ, ਇੱਦਾਂ ਦੇ ਹਾਲਾਤ ਦੇ ਵਿੱਚ ਤੇ ਫਿਰ ਪਿੱਛੇ ਜਾਣਗੇ ਆਮ ਲੋਕ। ਚਾਹੀਦਾ ਇਹੀ ਹੈ, ਜਿਸ ਤਰੀਕੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਜੇ ਕੇਂਦਰ 100 ਰੁਪਈਆ ਦਿੰਦਾ ਨਾ, ਪੰਜਾਬ ਸਰਕਾਰ ਕਵੇ ਆ 100 ਰੁਪਈਆ ਸਾਡੇ ਵੱਲੋਂ, ਤੇ ਜਿਹਨੂੰ 200 ਮਿਲੇਗਾ ਉਹਨੂੰ ਲੱਗੇਗਾ ਕਿ ਹਾਂ ਮੇਰੀ ਬਾਂਹ ਫੜੀ ਗਈ ਹੈ। ਜਦੋਂ ਤੁਸੀਂ ਇਹ ਕਹੋਗੇ ਕਿ 100 ਕੇਂਦਰ ਵਾਲਾ ਲੈਣ ਨਹੀਂ ਦੇਣਾ ਤੇ ਅਸੀਂ 100 ਦੇਣਾ ਨਹੀਂ ਆ ਤੇ 100 ਦੇ ਵਿੱਚੋਂ ਦੇਵਾਂਗੇ 40 ਰੁਪਏ, ਤੇ ਭਾਈ ਕੌਣ ਸਿਆਣਾ ਕਹੂਗਾ ਤੁਹਾਨੂੰ? ਲੋਕਾਂ ਦੇ ਪੱਖ ਦੇ ਵਿੱਚ ਖੜਨ ਵਾਲੀ ਗੱਲ ਹੋਣੀ ਚਾਹੀਦੀ। ਸ਼ਾਇਦ ਇਸੇ ਨੁਕਤੇ ਨੂੰ ਉਠਾਤਾ ਆ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਤੇ ਕੁਝ ਕਤਰਨਾ ਖਬਰਾਂ ਦੀਆਂ ਜਿਹੜੀਆਂ ਕਿ ਤੁਸੀਂ ਮੁਰਗੀਆਂ ਦੇ ਮੁਆਵਜ਼ੇ ਦਿੰਦੇ ਸੀ, ਛੱਤਾਂ ਡਿੱਗੀਆਂ ਦਾ ਕੀ ਦੇ ਰਹੇ ਹੋ। ਅਮਰਿੰਦਰ ਸਿੰਘ ਰਾਜਾ ਵੜਿੰਗ ਪੋਸਟ ਪਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਸੀਂ ਤਾਂ ਕਹਿੰਦੇ ਸੀਗੇ ਅਸੀਂ ਬੱਕਰੀਆਂ ਦਾ ਵੀ ਮੁਆਵਜ਼ਾ ਦਾਂਗੇ, ਅਸੀਂ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ। ਆ ਘਰਾਂ ਦੀਆਂ ਛੱਤਾਂ ਦੇ ਮੁਆਵਜ਼ੇ ਦੇ ਚੈੱਕ ਮਿਲੇ ਆ ਕੁਝ ਲੋਕਾਂ ਨੂੰ। 2 ਬੀਬੀਆਂ ਦੀ ਫੋਟੋ ਇੱਕ ਅਖਬਾਰ ਨੇ ਛਾਪੀ ਆ ਔਰ ਇਹ ਵੀ ਦੱਸਿਆ ਕਿ ਕੀ ਨੁਕਸਾਨ ਹੋਇਆ ਤੇ ਮਿਲਿਆ ਕੀ। ਇੱਕ ਬੀਬੀ ਇਸ ਵੇਲੇ ਧਰਮਸ਼ਾਲਾ 'ਚ ਰਹਿ ਰਹੀ ਹੈ ਔਰ ਉਹਦੇ ਘਰ ਦੀ ਛੱਤ ਡਿੱਗ ਪਈ ਇਹਨਾਂ ਹੜ੍ਹਾਂ ਦੇ ਵਿੱਚ। ਮੁਆਵਜ਼ਾ ਕਿੰਨਾ ਮਿਲਿਆ? 6000 ਰੁਪਈਆ। ਇੱਕ ਬੀਬੀ ਹੋ ਰਿਹਾ, ਉਹ ਵੀ ਧਰਮਸ਼ਾਲਾ 'ਚ ਰਹਿ ਰਹੀ ਹੈ, ਘਰ ਦੀ ਛੱਤ ਉਹਦੀ ਵੀ ਡਿੱਗੀ, ਮੁਆਵਜ਼ਾ ਕਿੰਨਾ ਮਿਲਿਆ? 4000 ਰੁਪਈਆ। ਕਹਿੰਦੇ ਅੱਜ ਕੱਲ੍ਹ ਤਾਂ ਰੇਤਾ ਦੀ ਟਰਾਲੀ ਨਹੀਂ ਆਉਂਦੀ 6000 ਰੁਪਏ ਦੀ, ਤੇ ਤੁਸੀਂ ਛੱਤਾਂ ਪਵਾ ਰਹੇ ਹੋ ਤੇ ਮੁਰਗੀ ਦਾ ਮੁਆਵਜ਼ਾ ਫਿਰ ਇਸ ਹਿਸਾਬ ਨਾਲ ਕੀ ਹੋਏਗਾ? ਭਾਸਕਰ ਸਾਹਿਬ, ਘਰ ਦੀ ਛੱਤ ਪਾਉਣੀ ਹੋਵੇ ਨਾ, ਜੇ ਤੁਸੀਂ ਗਾਡਰ ਵਾਲਿਆਂ ਦੀ ਵੀ ਛੱਤ ਪਾਉਣ ਲੱਗੋ ਤੇ ਤਾਂ ਵੀ ਆ 6000 ਨਾਲ ਗੱਲ ਨਹੀਂ। 6000 ਤਾਂ ਮਿਸਤਰੀ ਦੀਆਂ ਮਜ਼ਦੂਰੀਆਂ ਬਣ ਜਾਣੀਆਂ, ਇੰਨੇ 'ਚ ਤਾਂ ਉਹ ਨਿਕਲ ਜਾਣੇ ਮਿਸਤਰੀ ਮਜ਼ਦੂਰੀ, ਤੇ ਬਾਕੀ ਮਟੀਰੀਅਲ ਕਿੱਥੋਂ ਲੈ ਕੇ ਆਉਣਾ? ਤੇ ਜੇ ਤੁਸੀਂ ਲੈਂਟਰ ਪਾਉਣਾ ਹੋਵੇ ਤਾਂ ਚਲੋ ਗੱਲ ਹੀ ਛੱਡ ਦਿਓ ਨਾ, ਫਿਰ ਤਾਂ ਗੱਲ ਹੀ ਵੱਖਰੀ ਹੈਗੀ ਆ। ਤੇ ਮੁਰਗੀਆਂ ਦਾ ਫਿਰ ਇਸ ਹਿਸਾਬ ਨਾਲ ਮੁਆਵਜ਼ਾ ਕਿੰਨਾ ਬਣੂਗਾ? ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਮੁਆਵਜ਼ੇ ਦੀ ਗੱਲ ਭਗਵੰਤ ਮਾਨ ਉਹਨਾਂ ਕਰ ਰਹੇ ਸੀ, ਸ਼ਾਇਦ ਧਿਆਨ ਨਾਲ ਸੁਣਿਓ ਕਿ ਉਹ ਕਿਤੇ ਇਹ ਤੇ ਨਹੀਂ ਕਹਿ ਰਹੇ ਸੀ ਮੁਰਗੀਆਂ ਤੇ ਬੱਕਰੀਆਂ ਦਾ ਹੀ ਹਰਜਾਨਾ ਮਿਲੂਗਾ। ਔਰ ਆ ਜਿਹੜਾ ਛੱਤ ਗਿਰਨ ਦਾ ਹਰਜਾਨਾ 4000 ਰੁਪਏ 6000 ਰੁਪਏ ਦੇ ਚੈੱਕ ਵੰਡੇ ਨੇ, ਇਹ ਗੱਲ ਤੇ ਬਣਦੀ ਹੈ। ਹਾਲਾਂਕਿ ਰਾਜਾ ਵੜਿੰਗ ਉਹਨਾਂ ਨੇ ਵੀ ਆਪਣੇ ਆਪ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਹੋਏਗੀ ਕਿ ਨਾ ਕਰੀਏ ਆਮ ਆਦਮੀ ਪਾਰਟੀ ਨੂੰ ਕ੍ਰਿਟੀਸਾਈਜ਼ ਜਾਂ ਐਸੇ ਸਰਕਾਰ ਨੂੰ, ਕਿਉਂਕਿ ਆਉਣ ਵਾਲੇ ਟਾਈਮ ਵਿੱਚ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਵਿੱਚ ਗੱਲਾਂ ਚੱਲ ਰਹੀਆਂ ਜਾਂ ਸਰਕਾਰ ਕੀ ਕਹੀ ਜਾਏ ਕੇਂਦਰ ਦੇ ਵਿੱਚ ਗੱਲਾਂ ਚੱਲ ਰਹੀਆਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਟੇਜ ਸਾਂਝੀ ਕਰਨੀ ਪੈ ਸਕਦੀ ਹੈ, ਪਰ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ। ਕਾਰਨ ਕਿ ਹਜੇ ਉੱਥੇ ਫੈਸਲਾ ਪੂਰਾ ਹੋਇਆ ਨਹੀਂ, ਇੱਥੇ ਜਿਹੜੇ ਹੈਗੇ ਆ ਉਹਦੇ ਉੱਤੇ ਵੀ ਆਪਾਂ ਸਟਾਪ ਲਾ ਦਈਏ ਤੇ ਆਪਾਂ ਖੜਾਂਗੇ ਕਿੱਥੇ? ਔਰ ਇਹਦੇ ਉੱਤੇ ਕ੍ਰਿਟੀਸਾਈਜ਼ ਕਰਨਾ ਬਣਦਾ ਵੀ ਸੀ। ਔਰ ਭਗਵੰਤ ਮਾਨ ਜੀ ਨਾ ਕਰੋ ਇਹਨਾਂ ਮੁੱਦਿਆਂ ਦੇ ਉੱਤੇ ਪੋਲਿਟਿਕਸ। ਔਰ ਕੇਂਦਰ ਸਰਕਾਰ ਅਗਰ ਮਦਦ ਕਰਨਾ ਚਾਹੁੰਦੀ ਹੈ, ਤੁਹਾਡਾ ਹੱਕ ਹੈ, ਤੁਹਾਡੇ ਸੂਬੇ ਦੇ ਲੋਕਾਂ ਦਾ ਹੱਕ ਹੈ। ਕੇਂਦਰ ਜਿਹੜਾ ਨੈਚੁਰਲ ਕੈਲਾਮਿਟੀ ਦੀ ਸਟੇਜ ਦੇ ਵਿੱਚ ਕੇਂਦਰ ਹੈਲਪ ਕਰਦਾ ਹੁੰਦਾ ਹੈ, ਔਰ ਇਹ ਹੈਲਪ ਕਰਨਾ ਕੇਂਦਰ ਦੀ ਰਿਸਪੌਂਸਿਬਿਲਿਟੀ ਹੈ, ਡਿਊਟੀ ਹੈ।
ਤੁਸੀਂ ਉਹਨਾਂ ਨੂੰ ਡਿਊਟੀ ਕਰਨ ਤੋਂ ਵੀ ਰੋਕ ਰਹੇ ਹੋ। ਤੁਸੀਂ ਕੋਈ ਭੀਖ ਨਹੀਂ ਮੰਗ ਰਹੇ। ਜੇ ਹੁਣ ਤੁਸੀਂ RDF ਲੈਣ ਵਾਸਤੇ ਗਏ ਸੀ ਨਾ, ਉੱਥੇ ਸਰਕਾਰ ਬਣਦੇ ਹੀ ਤੁਸੀਂ 50,000 ਕਰੋੜ ਦੇ ਪੈਕੇਜ 2 ਮੰਗੇ ਹੀ ਸੀ ਨਾ ਜੀ, ਉਹ ਭੀਖ ਨਹੀਂ ਸੀ, ਭੀਖ ਤੇ ਉਹ ਸੀਗੀ। ਇੱਥੇ ਤੇ ਲੋਕਾਂ ਦਾ ਹੱਕ ਹੈ। ਲੋਕ ਹੜ੍ਹਾਂ ਦੇ ਕਰਕੇ ਬਰਬਾਦ ਹੋਏ ਨੇ। ਉਹ ਮੌਸਮ, ਉਹ ਬਾਰਿਸ਼, ਉਹ ਹੜ੍ਹ ਜਿਹਦੇ ਉੱਤੇ ਕਹਿੰਦੇ ਸਰਕਾਰਾਂ ਸਾਡਾ ਵੀ ਨਹੀਂ ਕੰਟਰੋਲ ਚੱਲਦਾ, ਤੇ ਫਿਰ ਤੁਸੀਂ ਉਸ ਕੰਟਰੋਲ ਨਾ ਚੱਲਣ ਵਾਲੇ ਲੋਕਾਂ ਤੋਂ ਅਫੈਕਟ ਹੋਏ ਲੋਕਾਂ ਨੂੰ, ਹੜ੍ਹਾਂ ਤੋਂ ਅਫੈਕਟ ਹੋਏ ਲੋਕਾਂ ਨੂੰ ਜੇ ਮਦਦ ਦਿਲਾਉਣ ਦੇ ਵਿੱਚ ਤੁਸੀਂ ਮਦਦ ਨਹੀਂ ਕਰ ਸਕਦੇ ਤੇ ਘੱਟ ਤੋਂ ਘੱਟ ਉਹਨਾਂ ਨੂੰ ਮਿਲਣ ਵਾਲੀ ਮਦਦ ਦੇ ਵਿੱਚ ਨਾ ਰੋੜੇ ਅਟਕਾਓ ਔਰ ਕੇਂਦਰ ਤੋਂ ਮੰਗੋ। ਮੰਗਣਾ ਜ਼ਰੂਰੀ ਹੈ। ਕੇਂਦਰ ਤੋਂ ਮੰਗਣਾ ਤੁਹਾਡਾ ਰਾਈਟ ਹੈ। ਕੇਂਦਰ ਨਾ ਦੇ ਤੇ ਉਹਨੂੰ ਕ੍ਰਿਟੀਸਾਈਜ਼ ਕਰਨਾ ਵੀ ਸਾਡਾ ਰਾਈਟ ਹੈ। ਲੇਕਿਨ ਅਗਰ ਉਹ ਦੇਣਾ ਚਾਹੁੰਦੇ ਨੇ, ਤੁਸੀਂ ਕਹਿੰਦੇ ਲੈਣਾ ਹੀ ਨਹੀਂ, ਇਹ ਕਿੱਦਾਂ ਦੀ ਰਾਜਨੀਤੀ ਹੈਗੀ ਹੈ? ਤੁਸੀਂ ਲੋਕਾਂ ਦਾ ਨੁਕਸਾਨ ਕਿਉਂ ਕਰਵਾ ਰਹੇ ਹੋ? ਚਲੋ ਹੁਣ ਦੇਖੋ, ਇਹ ਰਾਜਨੀਤੀ ਹੈਗੀ ਹੈ। ਹਰ ਬੰਦਾ ਨਹਿਲੇ ਤੇ ਦਹਿਲਾ ਸੁੱਟਣ ਦੀ ਕੋਸ਼ਿਸ਼ ਕਰਦਾ ਹੈ। ਹੋ ਸਕਦਾ ਹੈ ਇਹ ਵੀ ਦਹਿਲਾ ਹੋਏ ਜਿਹੜਾ ਭਗਵੰਤ ਮਾਨ ਨੇ ਸੁੱਟਿਆ ਹੋਏ, ਲੇਕਿਨ ਉਸ ਤੋਂ ਉੱਤੇ ਵੀ ਗੁਲਾਮ ਬੇਗਮ ਤੱਕ ਵੀ ਗੱਲ ਪਹੁੰਚ ਗਈ ਹੈ। ਹੁਣ ਕੌਣ ਜਿੱਤਦਾ ਹੈ ਤਾਸ਼ ਦੀ ਗੇਮ ਦੇ ਵਿੱਚ, ਉਹ ਸਾਨੂੰ ਨਹੀਂ ਪਤਾ। ਪਰ ਹੜ੍ਹਾਂ ਤੋਂ ਪਰੇਸ਼ਾਨ ਲੋਕਾਂ ਨੂੰ, ਹੜ੍ਹਾਂ ਦੇ ਵਿੱਚੋਂ ਨੁਕਸਾਨ ਪਾਏ ਲੋਕਾਂ ਨੂੰ ਜੇ ਟਾਈਮਲੀ ਮੁਆਵਜ਼ਾ ਨਹੀਂ ਮਿਲੇਗਾ ਤੇ ਉਹ ਨੁਕਸਾਨ ਵੱਡਾ ਹੋ ਜਾਏਗਾ ਔਰ ਕੱਲ ਨੂੰ ਇਹੀ ਨੁਕਸਾਨ ਤੁਹਾਡੇ ਰਾਜਨੀਤਿਕ ਨੁਕਸਾਨ ਵਜੋਂ ਉੱਭਰ ਕੇ ਆਏਗਾ ਜਦ ਤੁਹਾਨੂੰ ਵਾਕਈ ਨੁਕਸਾਨ ਦਾ ਇੱਕ ਅਹਿਸਾਸ ਹੋਏਗਾ। ਇਹਦੇ ਨਾਲ ਹੀ ਗੱਲ ਜੋੜ ਕੇ ਮੈਂ ਤੋਰਦਾ ਕਿ ਠੀਕ ਆ ਕਿ 6000 ਕਈ ਵਾਰੀ ਹੁੰਦਾ ਕਿ ਸਰਕਾਰ ਕੁਝ ਤੈਅ ਕੀਤਾ ਹੁੰਦਾ ਕਿ ਇੰਨੇ ਨੁਕਸਾਨ ਦਾ ਇੰਨਾ ਹੀ ਮੁਆਵਜ਼ਾ ਮਿਲ ਸਕਦਾ, ਤੁਹਾਨੂੰ ਇਹਦੇ ਤੋਂ ਵੱਧ ਨਹੀਂ ਮਿਲ ਸਕਦਾ। ਮੰਨ ਲਓ ਛੱਤ ਡਿੱਗੀ ਦਾ ਮੁਆਵਜ਼ਾ ਤੈਅ ਕੀਤਾ 6000, ਕੇਂਦਰ ਵੱਲੋਂ 6000 ਲਿਆ ਜਾਂਦਾ, 6000 ਪੰਜਾਬ ਸਰਕਾਰ ਆਪਣੇ ਕੋਲ ਪਾਉਂਦੀ, 12000 ਅਮਾਊਂਟ ਜੇ ਕਿਸੇ ਕੋਲ ਹੁੰਦੀ ਉਹ ਛੱਤ ਬਣਵਾਉਣ ਲਈ, ਘੱਟੋ ਘੱਟ ਗਾਡਰ ਵਾਲਿਆਂ ਦੀ ਛੱਤ ਬਣਵਾਉਣ ਲਈ ਕਾਫੀ ਹੱਦ ਤੱਕ ਉਹ ਸਮਰੱਥ ਹੋ ਜਾਣਾ ਸੀਗਾ। ਹਾਲਾਂਕਿ ਉਹ ਵੀ ਅਮਾਊਂਟ ਕਾਫੀ ਨਹੀਂ ਹੈ, ਪਰ ਸਮਰੱਥ ਹੋ ਜਾਣਾ ਸੀ। ਇੱਕ ਅਮਾਊਂਟ ਇਹੋ ਜਿਹੀ ਹੈਗੀ ਹੈ ਜਿਹੜੀ ਲੱਗਦਾ ਹੈ ਕਿ ਕੁਝ ਦਿੱਤਾ ਹੈ, ਪਰ ਇੱਥੇ ਤੁਸੀਂ ਇਹ ਚੀਜ਼ ਕਰਕੇ ਉਹ ਲੋਕਾਂ ਦਾ ਹੱਕ ਮਾਰੋ। ਪਰ ਜਦੋਂ ਰਾਜਾ ਵੜਿੰਗ ਹੋਰੀ ਇਹ ਕਹਿੰਦੇ ਆ ਨਾ ਕਿ ਤੁਸੀਂ ਕੋਝਾ ਮਜ਼ਾਕ ਕਰ ਰਹੇ ਹੋ ਹੜ੍ਹ ਪੀੜਤਾਂ ਦੇ ਨਾਲ, ਤੇ ਮੈਨੂੰ ਲੱਗਦਾ ਕਿ ਜੇ ਇਸ ਅਖਬਾਰ ਦੀ ਕਤਰਨ ਦੇ ਨਾਲ ਕਿਤੇ ਜਦੋਂ 19 ਦੇ ਵਿੱਚ ਹੜ੍ਹ ਆਏ ਸੀਗੇ ਆਪਣਾ ਕੋਈ ਚੈੱਕ ਲਾ ਦਿੰਦੇ, ਆ ਦੇਖੋ ਜੀ ਫਲਾਣੇ ਦੀ ਛੱਤ ਡਿੱਗੀ ਸੀ, ਉਦੋਂ ਅਸੀਂ ਇੰਨੇ 1000 ਰੁਪਈਆ ਦਿੱਤਾ ਸੀਗਾ, ਉਹਦੇ ਬਰਾਬਰ ਦੇ ਦਿਓ, ਤਾਂ ਜ਼ਿਆਦਾ ਬਿਹਤਰ ਨਹੀਂ ਹੋਣਾ ਸੀਗਾ? ਇਹ ਸਵਾਲ ਇਹਨਾਂ ਤੋਂ ਵੀ ਤਾਂ ਪੁੱਛੇ ਜਾਣਗੇ ਤੁਸੀਂ ਕਿੰਨੇ ਕੁ ਦਿੱਤੇ। ਦੇਖੋ, ਜਦ ਟੇਬਲ ਚੇਂਜ ਹੁੰਦੀ ਹੈ ਨਾ, ਕੁਰਸੀਆਂ ਚੇਂਜ ਹੁੰਦੀਆਂ ਟੇਬਲ ਦੇ ਆਲੇ ਦੁਆਲੇ, ਜਿਹੜੀ ਆਪੋਜੀਸ਼ਨ ਪਾਰਟੀ ਹੁੰਦੀ ਹੈ ਕਦੀ ਰੂਲਿੰਗ ਪਾਰਟੀ ਬਣਦੀ ਹੈ ਜਾਂ ਫਿਰ ਕਦੀ ਰੂਲਿੰਗ ਪਾਰਟੀ ਹੁੰਦੀ ਹੈ ਬਾਅਦ ਚੋਂ ਆਪੋਜੀਸ਼ਨ ਪਾਰਟੀ ਬਣਦੀ ਹੈ, ਤੇ ਫਿਰ ਉਹਨਾਂ ਦੇ ਦੁਆਰਾ ਕੀਤੇ ਗਏ ਸਵਾਲ ਵੀ ਚੇਂਜ ਹੋ ਜਾਂਦੇ ਨੇ। ਜਿਨ੍ਹਾਂ ਮਾਮਲਿਆਂ ਦੇ ਵਿੱਚ ਆਪ ਨੂੰ ਘਿਰਦੇ ਹੋਏ ਪਾਉਂਦੇ ਸੀਗੇ, ਹੁਣ ਉਹਨਾਂ ਮਾਮਲਿਆਂ ਵਿੱਚ ਆਪ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ। ਆਪ ਮਤਲਬ ਆਮ ਆਦਮੀ ਪਾਰਟੀ। ਇਹ ਸਾਰੀ ਗੱਲਾਂ ਸਿਰਫ ਟੇਬਲ ਹੀ ਚੇਂਜ ਹੁੰਦੇ ਨੇ, ਕੁਰਸੀਆਂ ਹੀ ਚੇਂਜ ਹੁੰਦੀਆਂ, ਮੁੱਦੇ ਉਹੀ ਰਹਿੰਦੇ ਨੇ। ਬਿਲਕੁਲ ਠੀਕ ਕਿਹਾ ਤੁਸੀਂ। ਉਹਨਾਂ ਦੇ ਵਕਤ ਵੀ ਕੁਝ ਮੁਆਵਜ਼ੇ ਇੱਦਾਂ ਦੇ ਹੀ ਦਿੱਤੇ ਗਏ ਸੀਗੇ। ਹੜ੍ਹ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਆ ਰਹੇ, ਬਿਲਕੁਲ ਪਹਿਲੇ ਵੀ ਕਈ ਵਾਰ ਹੜ੍ਹ ਆਏ ਨੇ, ਔਰ ਖਾਸ ਕਰਕੇ ਜਲੰਧਰ ਦੀ ਗੱਲ ਕਰੀਏ, ਉਹਨਾਂ 4 ਸਾਲ ਪਹਿਲਾਂ ਆਏ ਆ 2019 ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਕਿ ਇਹ ਮੁਆਵਜ਼ਾ ਕਾਹਦਾ, ਇਹ ਤੇ ਤੁਸੀਂ ਜ਼ਖਮਾਂ ਤੇ ਨਮਕ ਛਿੜਕਣ ਵਾਲਾ ਕੰਮ ਕਰ ਰਹੇ ਹੋ ਕਿ ਕਿਸੇ ਨੂੰ ਜਦ ਲੋਨ ਮਾਫੀ ਦਾ ਵੀ ਐਲਾਨ ਕੀਤਾ ਸੀਗਾ ਕੈਪਟਨ ਸਾਹਿਬ ਨੇ, ਉਹਦੇ ਵਿੱਚ ਵੀ ਕਈਆਂ ਦੇ 1000 ਰੁਪਏ 2000 ਰੁਪਏ ਦੇ ਚੈੱਕ ਮਿਲੇ ਸੀਗੇ, ਕਈਆਂ ਨੂੰ 355। ਇਹ ਹਾਲਾਤ ਚੱਲ ਰਹੇ ਨੇ ਸਰਕਾਰ, ਇਹ ਜਿਹੜੀ ਪੋਲੀਟੀਕਲ ਪਾਰਟੀਆਂ ਦੇ। ਔਰ ਜੇ ਗੱਲ ਬਾਜਵਾ ਸਾਹਿਬ ਦੀ ਕਰੀਏ ਤੇ ਬਾਜਵਾ ਸਾਹਿਬ ਨੂੰ ਵੀ ਇਸ ਮੁੱਦੇ ਤੇ ਬੋਲਣਾ ਚਾਹੀਦਾ ਸੀਗਾ। ਉਹ ਬੋਲਣਾ ਕਿਉਂ ਭੁੱਲ ਗਏ? ਹੁਣ ਉਹ ਕਿਉਂ ਨਹੀਂ ਬੋਲ ਰਹੇ ਔਰ ਉਹਨਾਂ ਨੂੰ ਬੋਲਣ ਤੋਂ ਕੌਣ ਰੋਕ ਰਿਹਾ ਹੈ? ਇਹ ਵੀ ਇੱਕ ਪੋਲਿਟਿਕਸ ਦੇ ਅੰਦਰ ਸਮਝਣ ਵਾਲੀ ਗੱਲ ਹੈਗੀ। ਬਿਲਕੁਲ ਕੋਈ ਸ਼ੱਕ ਨਹੀਂ ਹੈ। ਇੱਥੇ ਮਕਸਦ ਇਹ ਨਹੀਂ ਹੈ ਕਿ ਮਿੱਥ ਕੇ ਅਸੀਂ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਨੀ, ਨਹੀਂ। ਸੱਤਾ 'ਚ ਹੈ ਤੇ ਗੱਲ ਆਮ ਆਦਮੀ ਪਾਰਟੀ ਦੀ ਹੋਏਗੀ, ਤੇ ਜੇ ਵਿਰੋਧੀ ਧਿਰਾਂ ਆਵਾਜ਼ ਬੁਲੰਦ ਕਰਦੀਆਂ ਨੇ ਤੇ ਵਿਰੋਧੀ ਧਿਰਾਂ ਨੇ ਸੱਤਾ ਦੇ ਵਿੱਚ ਹੁੰਦਿਆਂ ਕੀ ਕੁਝ ਕੀਤਾ, ਗੱਲ ਤਾਂ ਉਹ ਵੀ ਕਰਨੀ ਬਣਦੀ ਕਿ ਤੁਹਾਡੇ ਚੈੱਕ ਕਿੰਨੇ ਕਿੰਨੇ ਦੇ ਸੀ ਭਾਈ। ਜੇ ਕਿਤੇ ਕੋਈ ਕਲਾਈਮੇਟ ਆ ਜਾਂਦੀ ਸੀ, ਕੋਈ ਆਪਦਾ ਆਉਂਦੀ ਸੀ, ਤੁਸੀਂ ਕਿੰਨਾ ਕੁ ਲੋਕਾਂ ਦੀ ਬਾਂਹ ਕਿਸ ਤਰੀਕੇ ਨਾਲ ਫੜਦੇ ਸੀਗੇ, ਕਿ ਇਹ ਸਥਿਤੀਆਂ ਬਣੀਆਂ। ਪਰ ਸਵਾਲ ਇਹ ਵੀ ਹੈ ਕਿ ਦਾਅਵੇ ਕੀ ਸੀਗੇ ਆਮ ਆਦਮੀ ਪਾਰਟੀ ਦੇ? ਇਹ ਥੋੜੀ ਜਿਹੀ ਹਟ ਕੇ ਪਾਰਟੀ ਆਪਣੇ ਆਪ ਨੂੰ ਬਦਲਾਅ ਵਾਲੀ ਪਾਰਟੀ ਕਹਿੰਦੀ ਹੈ, ਤੇ ਫਿਰ ਇਹਦੇ ਤੋਂ ਤਵੱਕੋ ਵੀ ਵੱਧ ਹੁੰਦੀ ਹੈ। ਉਦੋਂ ਤਾਂ ਇਹ ਕਹਿੰਦੇ ਸੀ 20000 ਰੁਪਇਆ ਪ੍ਰਤੀ ਏਕੜ ਦਾ ਬਿਨਾਂ ਗਰਦੌਰੀ ਦੇ ਵੀ ਦੇ ਦੇਣਾ, ਅਸੀਂ ਖਾਤਿਆਂ 'ਚ ਪਾ ਦੇਣਾ, ਸਾਡੀ ਤਾਂ ਪਾਲਿਸੀ ਇਹ ਆ। ਉਦੋਂ ਤਾਂ ਕਹਿੰਦੇ ਸੀ ਕਿ ਗਰਦੌਰੀਆਂ ਹੁੰਦੀਆਂ ਰਹਿਣਗੀਆਂ, ਪਹਿਲਾਂ ਮੁਆਵਜ਼ਾ ਮਿਲਣਾ ਚਾਹੀਦਾ। ਤੇ ਆਹ ਮੁਆਵਜ਼ਿਆਂ ਦੇ ਚੈੱਕ ਜਿਹੜੇ ਹੁਣ ਮਿਲੇ ਆ, ਜੇ ਇਦਾਂ ਦੇ ਬਾਕੀ ਚੈੱਕ ਮਿਲਣੇ ਆ ਤਾਂ ਫਿਰ ਮਾਨ ਸਾਹਿਬ ਤੁਹਾਡੇ ਉਹ ਦਾਅਵੇ ਝੂਠੇ ਪੈਂਦੇ ਨਜ਼ਰ ਆਉਣਗੇ, ਜਾਂ ਇਹ ਅਜੇ ਸ਼ੁਰੂਆਤ ਆ, ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਆ। ਕਿਉਂਕਿ ਕਦੀ ਕਦੀ ਇੰਜ ਵੀ ਹੁੰਦਾ ਆ ਕਿ ਥੋੜਾ ਜਿਹਾ ਜਿਹੜਾ ਉਹ ਸ਼ੁਰੂਆਤ ਦੇ ਵਿੱਚ ਇਦਾਂ ਦੀ ਗੱਲ ਹੁੰਦੀ, ਪਰ ਬਾਅਦ 'ਚ ਉਦੋਂ ਗੱਡੀ ਲੀਹ ਤੇ ਆ ਜਾਂਦੀ। ਪਰ ਸ਼ੁਰੂਆਤ ਨਹੀਂ ਤਾਂ ਪ੍ਰਭਾਵ ਪਾਉਣਾ ਆ।
ਇਦਾਂ ਦੀਆਂ ਹੀ ਤਾਂ ਉਮੀਦਾਂ ਬਾਕੀਆਂ ਨੇ ਰੱਖਣੀਆਂ। ਕਹਿੰਦੇ ਆ ਨਾ ਕਿ ਚੌਲਾਂ ਦੀ ਦੇਗ ਪੂਰੀ ਪਰਖਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਕਿ ਪੱਕੀ ਹੈ ਕਿ ਨਹੀਂ ਪੱਕੀ, ਸਿਰਫ ਇੱਕੋ ਦਾਣਾ ਕੱਢਣਾ ਹੁੰਦਾ, ਤੁਸੀਂ ਉਹਨੂੰ ਹੀ ਹੱਥਾਂ ਤੇ ਪੋਟਿਆਂ ਤੇ ਮਸਲ ਕੇ ਦੇਖ ਲੈਂਦੇ ਕਿ ਚੌਲ ਪੱਕ ਗਿਆ ਜਾਂ ਨਹੀਂ। ਆ ਦੋ ਕੁ ਚੈੱਕ ਜਿਹੜੇ ਆ ਕਿਤੇ ਉਹ ਪੂਰੀ ਦੀ ਪੂਰੀ ਦੇਗ ਦੀ ਸਥਿਤੀ ਤਾਂ ਨਹੀਂ ਦੱਸ ਰਿਹਾ ਕਿ ਆਹੀ ਬਾਕੀਆਂ ਨਾਲ ਹੋਣਾ। ਫਿਰ ਛੱਤ ਦੇ ਇੰਨੇ ਮਿਲੇ ਤੇ ਕਿਸਾਨ ਨੂੰ ਫਸਲ ਦੇ ਕਿੰਨੇ ਮਿਲਣਗੇ, ਤੁਸੀਂ ਕਹਿੰਦੇ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਣਾ, ਉਹਨਾਂ ਨੂੰ ਕਿੰਨੇ ਮਿਲਣਗੇ, ਤੇ ਮੁਰਗੀ ਦਾ ਕੀ ਭਾਅ ਤੈਅ ਕਰੋਗੇ ਤੁਸੀਂ। ਇਹ ਸਾਰੀਆਂ ਚੀਜ਼ਾਂ ਹੁਣ ਪਰਖੀਆਂ ਜਾਣਗੀਆਂ। ਫਿਲਹਾਲ ਜ਼ਿਕਰ ਆਪਾਂ ਕਰਨਾ ਮੁਫਤ ਦੀ ਬਿਜਲੀ। ਇਹ ਇੱਕ ਵੱਡੀ ਪ੍ਰਾਪਤੀ ਆਮ ਆਦਮੀ ਪਾਰਟੀ ਗਣਾਉਂਦੀ ਹੈ। ਜਿਹੜੇ ਸੂਬੇ 'ਚ ਵੀ ਪ੍ਰਚਾਰ ਕਰਦੀ, ਸਾਨੂੰ ਪਤਾ ਹੈ ਮੁਫਤ ਦੀ ਬਿਜਲੀ ਕਿਵੇਂ ਦੇਣੀ ਆ, ਸਾਨੂੰ ਆਉਂਦਾ ਹੈ ਮੁਫਤ ਦੀ ਬਿਜਲੀ ਕਿਵੇਂ ਦੇਣੀ ਆ। ਪਰ ਹੁਣ ਕੇਂਦਰ ਨੇ ਜਿਹੜਾ ਬਿੱਲ ਪਾਸ ਕਰ ਦਿੱਤਾ ਨਾ, ਹੁਣ ਇੱਥੇ ਵੀ ਕਿਤੇ ਨਾ ਕਿਤੇ ਰੁਕਾਵਟ ਪੇਸ਼ ਆਏਗੀ। ਤੇ ਸੁਖਬੀਰ ਬਾਦਲ ਹੋਰੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਗੱਲਬਾਤ ਕਰਦਿਆਂ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ, ਆਪਾਂ ਤਾਂ ਕਹਿੰਦੇ ਧੰਨ ਕਰਾਵਾਂਗੇ, ਆਪਣੀ ਪੂਰੀ ਫੁੱਲ ਤਿਆਰੀ ਹੈ। ਉਹਦੇ ਤੋਂ ਇਲਾਵਾ ਇੱਕ ਗੱਲ ਕੀਤੀ ਉਹਨਾਂ ਨੇ ਬਿਜਲੀ ਦੀ, ਮੁਫਤ ਬਿਜਲੀ ਦੀ। ਸਾਡੀ ਸਰਕਾਰ ਦੇ ਵੇਲੇ ਕਹਿੰਦੇ ਮੋਟਰਾਂ ਨੂੰ ਮੁਫਤ ਬਿਜਲੀ ਸ਼ੁਰੂ ਹੋਈ ਸੀਗੀ, ਤੇ ਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਂਦਰ ਵਾਲੀ ਸਰਕਾਰ ਰਲ ਮਿਲ ਕੇ ਉਹ ਮੁਫਤ ਬਿਜਲੀ ਬੰਦ ਕਰਨ ਦੀ ਤਿਆਰੀ ਕਰਦੀ ਪਈ ਆ। ਮੀਟਰ ਲੱਗਣਗੇ ਮੋਟਰਾਂ ਤੇ ਬਿੱਲ ਤਾਰਨੇ ਪੈਣਗੇ। ਭਾਸਕਰ ਸਾਹਿਬ, ਸ਼ੰਕਾ ਕੋਈ ਇਦਾਂ ਦਾ ਨਹੀਂ ਆ ਕਿ ਹਵਾ 'ਚ ਹੀ ਹੈ ਸੁਖਬੀਰ ਬਾਦਲ ਹੋਰਾਂ ਦਾ। ਇਹ ਕਹਾਣੀ ਤੁਰ ਪਈ ਅੱਗੇ ਕਿ ਜਿਸ ਤਰੀਕੇ ਨਾਲ ਇਹ ਗੱਲ ਨਿਕਲੀ ਹੈ ਕਿ ਬਿਜਲੀ ਸੋਧ ਬਿੱਲ 2023 ਜਿਹੜਾ ਲਿਆਂਦਾ ਕਿ ਤੁਹਾਨੂੰ 3 ਮਹੀਨਿਆਂ ਦੀ ਅਗਾਊਂ ਸਬਸਿਡੀ ਦੇਣੀ ਪੈਗੀ ਪਾਵਰਕੌਮ ਨੂੰ ਜਾਂ ਪੰਜਾਬ ਜਿਹੜੇ ਬਿਜਲੀ ਬੋਰਡ ਹੋਣਗੇ, ਤਾਂ ਤੁਹਾਨੂੰ ਮੁਫਤ ਬਿਜਲੀ ਮਿਲਣੀ ਆ, ਨਹੀਂ ਤਾਂ ਤੁਹਾਨੂੰ ਮੁਫਤ ਬਿਜਲੀ ਨਹੀਂ ਮਿਲਣੀ। ਬਿਜਲੀ ਬੋਰਡ ਤੁਹਾਡੇ ਬਿੱਲ ਭੇਜਣਗੇ ਲੋਕਾਂ ਨੂੰ। ਤੇ ਇਹ ਜ਼ੀਰੋ ਬਿੱਲ ਦਾ ਜਿਹੜਾ ਉਹ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਅੱਗੇ ਵਧਦੀ ਹੈ। ਤੇ 3 ਮਹੀਨਿਆਂ ਦਾ ਮਤਲਬ ਘੱਟੋ ਘੱਟ 20,000 ਕਰੋੜ ਦੀ ਜਾਂਦੀ ਹੈ ਸਬਸਿਡੀ, ਉਹਦੇ ਤੋਂ ਉੱਪਰ ਹੀ ਜਾਂਦੀ ਹੈ। ਤੇ 5 ਤੋਂ 6,000 ਕਰੋੜ ਰੁਪਈਆ ਹਰ 3 ਮਹੀਨੇ ਬਾਅਦ ਐਡਵਾਂਸ ਜਮ੍ਹਾਂ ਕਰਾਏਗੀ ਸਰਕਾਰ, ਤਾਂ ਗੱਲ ਬਣਨੀ ਆ। ਉੱਪਰੋਂ ਕੇਂਦਰ ਨੇ ਜਿਹੜੇ ਸਮਾਰਟ ਮੀਟਰਾਂ ਦੀ ਸ਼ਰਤ ਲਾਈ ਹੋਈ ਹੈ ਉਹ, ਤੇ ਆ ਦੋਨੋਂ ਚੀਜ਼ਾਂ। ਫਿਰ ਲੱਗਦਾ ਨਹੀਂ ਕਿ ਸੁਖਬੀਰ ਬਾਦਲ ਦਾ ਇਸ਼ਾਰਾ ਤਾਂ ਬਿਲਕੁਲ ਟਿਕਾਣੇ ਤੇ ਹੈਗਾ। ਦੇਖੋ, ਇਹ ਗੱਲ ਨਵੀਂ ਨਹੀਂ ਹੈਗੀ, ਪਹਿਲੇ ਵੀ ਇਹ ਗੱਲਾਂ ਤੁਰੀ ਸੀ। ਇਲੈਕਟ੍ਰਿਸਿਟੀ ਐਕਟ 2003 ਹਜੇ ਤੱਕ ਉਹਦੇ ਵਿੱਚ ਅਮੈਂਡਮੈਂਟ ਦਾ ਦੌਰ ਚੱਲ ਰਿਹਾ। 2022 ਦੇ ਵਿੱਚ ਵੀ ਇਹ ਬਿੱਲ ਪੇਸ਼ ਕੀਤਾ ਗਿਆ ਸੀ, ਔਰ 2023 ਦੇ ਵਿੱਚ ਵੀ ਇਸ ਬਿੱਲ ਦੇ ਪੇਸ਼ ਕਰਨ ਦੀ ਚਰਚਾ ਹੈਗੀ ਹੈ। ਉਹਦੇ ਵਿੱਚ ਸਾਫ਼ ਤੌਰ ਤੇ ਇਹ ਲਿਖਿਆ ਹੈ ਕਿ ਸੂਬਿਆਂ ਨੂੰ ਜੇ ਇਲੈਕਟ੍ਰਿਕ ਪਾਵਰ ਦੇ ਖੇਤਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਰਿਆਇਤ ਚਾਹੀਦੀ ਹੈ, ਯਾਨੀ ਕੇਂਦਰ ਤੋਂ ਵੀ ਕਾਫੀ ਪੈਸਾ ਆਉਂਦਾ ਹੈ ਜਿਹੜਾ ਇਲੈਕਟ੍ਰਿਸਿਟੀ ਦੇ ਖੇਤਰ ਦੇ ਵਿੱਚ ਸਬਸਿਡੀਆਂ ਦਿੰਦਾ ਕੇਂਦਰ ਵੀ। ਔਰ ਜੇ ਸੂਬੇ ਦੀ ਸਰਕਾਰ, ਜਿੱਦਾਂ ਪੰਜਾਬ ਦੀ ਗੱਲ ਕਰੀ ਹੈ, ਦਿੱਲੀ ਦੀ ਗੱਲ ਕਰੀ ਹੈ, ਹੋਰ ਕਈ ਸੂਬਾ ਹੈਗੇ ਹੈ ਜਿਹਦੇ ਵਿੱਚ ਇਸ ਤਰੀਕੇ ਨਾਲ ਲੋਕਾਂ ਨੂੰ ਸਹੂਲੀਅਤ ਦੇਣ ਦੇ ਵਾਸਤੇ, ਸਿਆਸੀ ਲਾਹਾ ਲੈਣ ਵਾਸਤੇ ਤੁਸੀਂ ਅਗਰ ਕਿਸੇ ਨੂੰ ਬਿਜਲੀ ਮਾਫ ਕਰਕੇ ਦਿੰਦੇ ਹੋ ਤੇ ਉਹਦੇ ਪੈਸੇ ਹੁਣ ਐਡਵਾਂਸ ਦੇਣੇ ਪੈਣਗੇ ਸਰਕਾਰਾਂ ਨੂੰ। ਹਾਲਾਂਕਿ ਪੰਜਾਬ ਸਰਕਾਰ ਨੇ 20,000 ਕਰੋੜ ਤੋਂ ਵੱਧ, 22,000 ਕਰੋੜ 20,200 ਕਰੋੜ ਦੀ ਸਬਸਿਡੀ ਪਿਛਲੇ ਹਾਲ ਹੀ ਦਿੱਤੀ ਸੀਗੀ। ਚੰਗੀ ਗੱਲ ਹੈਗੀ, ਪਰ ਹੁਣ ਆਉਣ ਵਾਲੇ ਟਾਈਮ ਵਿੱਚ 4 ਤੋਂ 5,000 ਕਰੋੜ ਰੁਪਏ ਇੱਕ ਕੁਆਟਰ ਦੇ ਉਹ ਤੁਹਾਨੂੰ ਐਡਵਾਂਸ ਬਿਜਲੀ ਬੋਰਡ ਨੂੰ ਦੇਣੇ ਪੈਣਗੇ। ਨਹੀਂ ਤੇ ਫਿਰ ਬਿਜਲੀ ਬੋਰਡ ਨੂੰ ਇਹ ਹਦਾਇਤ ਦਿੱਤੀ ਜਾਏਗੀ ਰੈਗੂਲੇਟਰੀ ਕਮਿਸ਼ਨ ਦੀ ਕਿ ਤੁਸੀਂ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜੋ, ਉਹਨਾਂ ਤੋਂ ਵਸੂਲ ਕਰਕੇ ਜਾਂ ਉਹਨਾਂ ਤੋਂ ਖਾਤੇ ਦੇ ਵਿੱਚ ਵਾਪਸ ਦੇ ਦੇਣ। ਇੱਥੇ ਤੱਕ ਕਿ ਖੇਤੀ ਖੇਤਰ ਦੇ ਵਿੱਚ ਮਿਲਣ ਵਾਲੀ ਟਿਊਬਵੈੱਲ ਦੇ ਵਿੱਚ ਫ੍ਰੀ ਪਾਵਰ ਸਪਲਾਈ, ਉਹਦੇ ਉੱਤੇ ਵੀ ਮੀਟਰ ਲਾਉਣ ਦੀ ਗੱਲ ਤੁਰੀ ਹੈ। ਔਰ ਪਿਛਲੇ ਦਿਨਾਂ ਦੇ ਪਬਲਿਕ ਅਕਾਊਂਟਸ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਰਿਕਮੈਂਡੇਸ਼ਨ ਵੀ ਚੀਫ ਸੈਕਟਰੀ ਨੂੰ ਕਰ ਦਿੱਤੀ ਗਈ ਸੀ, ਪਰ ਬਾਅਦ ਚੋਂ ਸਿਆਸੀ ਖਤਰੇ ਨੂੰ ਭਾਪਦੇ ਹੋਏ ਇਹ ਲੈਟਰ ਵਾਪਸ ਜ਼ਰੂਰ ਲੈ ਲਿੱਤਾ ਗਿਆ। ਪਰ ਇਹ ਇਸ਼ੂ, ਇਹ ਮੁੱਦਾ ਹਜੇ ਵੀ ਸਾਡੇ ਸਿਰ ਤੇ ਖੜਾ ਹੈ। ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਟਿਊਬਵੈੱਲਾਂ ਤੇ ਬਿਜਲੀ ਦੇ ਮੀਟਰ ਲਾਣੇ ਹੀ ਪੈਣਗੇ। ਉਹਦੀ ਦੋ ਵਜ੍ਹਾ, ਇੱਕ ਤੇ ਟਿਊਬਵੈੱਲ ਦੇ ਵਿੱਚ ਬਿਜਲੀ ਦੀ ਫਿਜ਼ੂਲ ਖਰਚੀ, ਇੱਕ ਤਰਫ ਤੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਨਹਿਰਾਂ ਦੇ ਥਰੂ ਅਸੀਂ ਹਰ ਖੇਤ ਦੇ ਵਿੱਚ ਪਾਣੀ ਪਹੁੰਚਾਤਾ ਜੀ, ਫਿਰ ਉਸ ਪਾਣੀ ਦੇ ਭਰੇ ਹੋਏ ਖੇਤ ਜਿਹੜੇ ਹੜ੍ਹਾਂ ਦੇ ਵਿੱਚ ਡੁੱਬ ਵੀ ਗਏ ਸੀਗੇ, ਉਹਦੇ ਵਿੱਚ ਵੀ ਜਦ ਮੋਟਰ ਚੱਲਦੀ ਹੈ ਤੇ ਆਟੋਮੈਟਿਕ ਸਿਸਟਮ ਦੇ ਉੱਤੇ ਮੋਟਰਾਂ ਲੱਗੀਆਂ ਹੋਈਆਂ, ਭਾਵੇਂ ਥੱਲੇ ਆਇਆ ਹੋਇਆ ਹੜ੍ਹ ਉੱਤੋਂ ਮੋਟਰ ਚੱਲ ਜਾਂਦੀ ਹੈ, ਉਹ ਪਾਣੀ ਹੋਰ ਵੱਧ ਜਾਂਦਾ ਹੈ। ਇੱਦਾਂ ਦੀ ਬੇਫਜ਼ੂਲ ਖਰਚੀ ਤੋਂ ਨਿਪਟਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਟਿਊਬਵੈੱਲਾਂ ਦੇ ਉੱਤੇ ਮੀਟਰ ਲਾਏ ਜਾਣ, ਔਰ ਉਹਨਾਂ ਮੀਟਰਾਂ ਦੇ ਹਿਸਾਬ ਨਾਲ ਜਿਹੜੀ ਕੋਈ ਸਬਸਿਡੀ ਦੇਣੀ ਹੈ ਉਹ ਸਰਕਾਰ ਡਾਇਰੈਕਟ ਸਬਸਿਡੀ ਉਹਨਾਂ ਕਿਸਾਨਾਂ ਦੇ ਖਾਤੇ ਦੇ ਵਿੱਚ ਪਾਣ, ਨਾ ਕਿ ਬਿਜਲੀ ਬੋਰਡ ਨੂੰ ਚਪਤ ਲਾਣ, ਜੋ ਬਿਜਲੀ ਬੋਰਡ ਹਰ ਸਾਲ ਆਪਣੀ ਰਿਪੋਰਟ ਦੇ ਵਿੱਚ ਇੱਕ ਘਾਟੇ ਦੇ ਥਰੂ ਪੇਸ਼ ਹੁੰਦਾ ਹੈ ਕਿ ਸਾਨੂੰ ਇੰਨੇ ਦਾ ਘਾਟਾ ਹੋ ਗਿਆ। ਇਹ ਚੀਜ਼ਾਂ ਹੁਣ ਚੱਲਣੀ ਸ਼ੁਰੂ ਹੋਈਆਂ, ਹਜੇ ਗੱਲਾਂ ਬਾਤਾਂ ਸ਼ੁਰੂ ਹੋਈਆਂ। ਮੈਨੂੰ ਲੱਗਦਾ ਭਾਸਕਰ ਸਾਹਿਬ ਠੀਕ ਆ, ਇਹ USP ਬਣਾਇਆ ਆਮ ਆਦਮੀ ਪਾਰਟੀ ਨੇ ਇਹਨੂੰ ਆਪਣਾ ਕਿ ਮੁਫਤ ਦੇ ਵਿੱਚ ਅਸੀਂ ਬਿਜਲੀ ਦੇ ਰਹੇ ਹਾਂ,
ਚੰਗੀ ਗੱਲ ਹੈ ਜੇ ਤੁਹਾਡੇ ਕੋਲ ਹੈ, ਉਹ ਸਰਦਾ ਪੁੱਜਦਾ ਸੂਬਾ ਹੈਗਾ ਤੇ ਇਹ ਦੇ ਵੀ ਦਿਓਗੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਜਦੋਂ ਤੁਹਾਨੂੰ ਪਤਾ ਹੋਵੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ ਸਿਰ ਹੈਗਾ, ਜਦੋਂ ਤੁਹਾਨੂੰ ਪਤਾ ਹੋਵੇ ਆਮਦਨ ਤੁਹਾਡੀ ਉਸ ਤਰੀਕੇ ਨਾਲ ਨਹੀਂ ਹੈਗੀ, ਉਹਨਾਂ ਹਾਲਾਤਾਂ ਦੇ ਵਿੱਚ ਇਹ ਨਹੀਂ ਆ ਕਿ ਜਿਹੜੇ ਤਾਂ ਲੋੜਵੰਦ ਹੈਗੇ, ਗਰੀਬ ਪਰਿਵਾਰ ਆ ਉਹਨੂੰ ਸਬਸਿਡੀ ਮਿਲਣੀ ਚਾਹੀਦੀ, ਗਰੀਬ ਕਿਸਾਨ ਆ ਉਹਦੇ ਕੋਲ ਖੇਤੀ ਛੋਟੀ ਆ ਉਹਨੂੰ ਸਬਸਿਡੀ ਮਿਲਣੀ ਚਾਹੀਦੀ ਆ। ਇੱਥੇ ਵੱਡੇ ਵੱਡੇ ਧਨਾੜ ਜਿਹੜੇ ਆ ਉਹ ਵੀ ਜਿਹੜਾ ਲਾਹਾ ਲੈ ਰਿਹਾ, ਸਾਡੇ ਲੀਡਰ ਇਹ ਮੁਫਤ ਬਿਜਲੀ ਦਾ ਲਾਹਾ ਲੈ ਰਹੇ ਆ। ਤੁਹਾਨੂੰ ਨਹੀਂ ਲੱਗਦਾ ਕਿ ਕੈਟੇਗਰਾਈਜ਼ ਕਰ ਦੇਣਾ ਚਾਹੀਦਾ ਕਿ ਭਾਈ ਆ ਹਦੂਦ ਦੇ ਅੰਦਰ ਆਉਂਦੇ ਲੋਕਾਂ ਨੂੰ ਮਿਲੇਗੀ ਬਿਜਲੀ ਮੁਫਤ, ਪਰ ਇਹਦੇ ਤੋਂ ਉੱਪਰ ਵਾਲਿਆਂ ਨੂੰ ਬਿਜਲੀ ਮੁਫਤ ਨਹੀਂ ਮਿਲੇ, ਤੁਸੀਂ ਸਸਤੀ ਕਰਕੇ ਦੇ ਦਿਓ ਉਹਨਾਂ ਨੂੰ। 59,000 ਇਦਾਂ ਦੇ ਕਿਸਾਨ ਹੈਗੇ ਨੇ ਜਿਨ੍ਹਾਂ ਕੋਲ ਸਿੱਧੇ ਅਸਿੱਧੇ ਤੌਰ ਤੇ 25 ਏਕੜ ਤੋਂ ਜਗ੍ਹਾ ਜ਼ਿਆਦਾ ਹੈਗੀ ਜੀ, ਔਰ ਉਹਦੇ ਉੱਤੇ ਖੇਤੀ ਕਰਦੇ ਨੇ। ਜਦ ਗੱਲ ਇਸ ਪਾਸੇ ਤੁਰਦੀ ਵੀ ਹੈ ਕਿ ਇਹਨਾਂ ਕਿਸਾਨਾਂ ਨੂੰ ਕਿਉਂ ਬਿਜਲੀ ਮਾਫ, ਔਰ ਉਹਨਾਂ ਵਿੱਚੋਂ ਬਹੁਤ ਸਾਰੇ ਕਿਸਾਨ ਚਾਹੁੰਦੇ ਵੀ ਨਹੀਂ ਕਿ ਸਾਨੂੰ ਬਿਜਲੀ ਮਾਫ ਮਿਲੇ, ਉਹ ਕਹਿੰਦੇ ਨੇ ਸਾਨੂੰ ਬਿਜਲੀ ਮਿਲੇ ਬਿਲਕੁਲ। ਹਾਂ, ਲੇਕਿਨ ਇਹਦੇ ਵਿੱਚ ਹੁਣ ਕੁੰਡੀ ਕੌਣ ਖੜਕਾਇਆ? ਕਿਉਂਕਿ ਹੁਣ ਸਿਆਸੀ ਲਾਹਾ ਲੈਣ ਦੀ ਗੱਲ ਹੈਗੀ ਹੈ। ਜੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਖੇਤੀਬਾੜੀ ਦੇ ਉੱਤੇ ਜੇ ਟਿਊਬਵੈਲ ਦੇ ਬਿੱਲ ਹੁਣ ਲਾਉਂਦੇ ਨੇ ਜਿਹੜੇ ਬਾਦਲ ਸਾਹਿਬ ਨੇ ਕਦੀ ਮਾਫ ਕੀਤੇ ਹੁੰਦੇ, ਤੇ ਉਹਦੇ ਉੱਤੇ ਸਿਆਸੀ ਵੋਟ ਬੈਂਕ ਟਿਊਬਵੈਲ ਦੇ ਪਾਣੀ ਦੀ ਤਰ੍ਹਾਂ ਰਿਵਰਸ ਹੋਣੇ ਸ਼ੁਰੂ ਹੋ ਜਾਂਦੇ ਨੇ ਜੀ। ਤੇ ਇਹਦਾ ਇੱਕ ਖਤਰਾ ਹਮੇਸ਼ਾ ਪੋਲੀਟੀਕਲ ਪਾਰਟੀਆਂ ਨੂੰ ਬਣਿਆ ਹੁੰਦਾ। ਪਰ ਇਹ ਰੈਸ਼ਨਲਾਈਜੇਸ਼ਨ ਵਾਲੀ ਗੱਲ ਅੱਗੇ ਤੋਰਨੀ ਚਾਹੀਦੀ ਹੈ, ਨਹੀਂ ਤੇ ਫਿਰ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਉਹ ਸਰਕਾਰਾਂ ਨੂੰ ਆਰਥਿਕ ਤੌਰ ਤੇ ਪਰੇਸ਼ਾਨ ਜ਼ਰੂਰ ਕਰੇਗਾ, ਵਰਨਾ ਤੁਸੀਂ ਹੁਣ ਆਰਥਿਕ ਤੌਰ ਤੇ ਪਰੇਸ਼ਾਨ ਨਹੀਂ ਹੋਣਾ ਚਾਹੁੰਦੇ ਤੇ ਸਿਸਟਮ ਨੂੰ ਡਿਵੈਲਪ ਕਰੋ ਜਿਹਨਾਂ ਲੋੜੀਂਦੇ ਲੋਕਾਂ ਨੂੰ ਕੋਈ ਚੀਜ਼ ਮਿਲੇ, ਉਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ। ਪਰ ਗੈਰ ਲੋੜੀਂਦੇ ਵਿਅਕਤੀਆਂ ਨੂੰ ਜਦ ਤੁਸੀਂ ਫ੍ਰੀ ਚ ਵੰਡਦੇ ਹੋ ਤੇ ਉਹਦੇ ਵਿੱਚ ਇੱਕ ਆਬਜੈਕਸ਼ਨ ਵੀ ਹੁੰਦਾ ਔਰ ਸੂਬੇ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਇਸ ਨੁਕਸਾਨ ਤੋਂ ਬਚਣ ਵਾਸਤੇ ਸਿਆਸੀ ਲਾਹਾ ਲੈਣ ਵਾਸਤੇ ਕੁਝ ਐਦਾਂ ਦੀ ਸਕੀਮ ਹੋਣੀ ਚਾਹੀਦੀ ਹੈ ਜਿਨ੍ਹਾਂ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਉਹਨਾਂ ਨੂੰ ਮਿਲੇ, ਔਰ ਜੋ ਲੋਕ ਇਹਨਾਂ ਚੀਜ਼ਾਂ ਦੇ ਹੱਕਦਾਰ ਨਹੀਂ ਹੈਗੇ ਜਾਂ ਤੇ ਉਹਨਾਂ ਨੂੰ ਵੋਲੰਟਰਲੀ ਛੱਡ ਦੇਣਾ ਚਾਹੀਦਾ ਹੈ। ਪਰ ਵੋਲੰਟਰਲੀ ਕੋਈ ਛੱਡਦਾ ਨਹੀਂ। ਉਹ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇ ਵਿਧਾਨ ਸਭਾ 'ਚ ਕਹਿਤਾ ਸੀ ਐਮਐਲਏ ਮੰਤਰੀਆਂ ਨੂੰ ਵੀ ਕਿਰਪਾ ਕਰਕੇ ਤੁਸੀਂ ਇਹ ਸਬਸਿਡੀ ਲੈਣੀ ਛੱਡ ਦਿਓ, ਤਾਂ ਵੀ 2-3 ਨੇ ਛੱਡੀ ਸੀਗੀ, ਹਜੇ ਤੱਕ ਉਹ ਸਬਸਿਡੀ ਉੱਦਾਂ ਦੀ ਉੱਦਾਂ ਚੱਲ ਰਹੀ ਹੈ। ਜਦ ਗੱਲ ਮੁੱਖ ਮੰਤਰੀ ਦੀ ਵੀ ਨਾ ਮੰਨਣ ਐਮਐਲਏ ਤੇ ਫਿਰ ਕਿਹਦੀ ਮੰਨਣਗੇ? ਆਹ ਸਾਰੀ ਗੱਲਾਂ ਦੇ ਉੱਤੇ ਕੋਈ ਕਾਨੂੰਨੀ ਤੌਰ ਤੇ ਅੱਗੇ ਵਧਣ ਦੀ ਲੋੜ ਹੈਗੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏ ਔਰ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਇਹ ਲਾਭ ਮਿਲੇ। ਹੋਰ ਵੀ ਚੀਜ਼ਾਂ ਹੈਗੀਆਂ ਨੇ ਭਾਸਕਰ ਸਾਹਿਬ, ਸ਼ਾਇਦ ਇਹ ਵੀ ਲੋਕ ਕਦੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਜਿਹੜੀਆਂ ਮੁਫਤ ਦੀਆਂ ਚੀਜ਼ਾਂ ਸਾਨੂੰ ਮਹਿੰਗੀਆਂ ਕਿੰਨੀਆਂ ਪੈਂਦੀਆਂ। ਆ ਦੇਖ ਲਓ, ਉਹ ਕਹਿੰਦੇ ਜੀ ਤੁਹਾਨੂੰ ਮੁਫਤ ਬਿਜਲੀ, ਪਰ ਜਿਹੜੇ ਬਿਜਲੀ ਦਾ ਪੈਸਾ ਖਰਚ ਕਰਦੇ ਜਿਹੜੇ ਦੁਕਾਨਦਾਰ ਆ, ਜਿਹੜੀ ਇੰਡਸਟਰੀ ਨੂੰ ਜਾਂਦੀ, ਉਹਨੂੰ ਮਹਿੰਗੀ ਕਰ ਦਿੱਤੀ ਬਿਜਲੀ। ਜਿਹੜੇ ਪੈਸੇ ਤਰਦੇ ਮਤਲਬ ਇਧਰਲੇ ਪਾਸਿਓਂ ਕੱਢੋ ਉਧਰਲੇ ਪਾਸੇ ਲਾ ਦਿਓ, ਗੱਲ ਤਾਂ ਤੁਹਾਡੇ ਉੱਤੇ ਹੀ ਬੋਝ ਪੈਣਾ, ਤੁਹਾਡੀ ਜੇਬ ਚੋਂ ਕੱਢ ਕੇ ਤੁਹਾਡੇ ਉੱਤੇ ਖਰਚ ਕਰਨ ਦੇ। ਅੱਛਾ, ਫਿਰ ਕਹਿੰਦੇ ਜੀ 올ਡ ਪੈਨਸ਼ਨ ਸਕੀਮ ਲਾਗੂ ਕਰਨੀ ਆ, ਚੱਕੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ 90 ਪੈਸੇ ਇੱਕ ਵਾਰੀ ਵਧਾਏ, 90 ਪੈਸੇ ਅਗਲੀ ਵਾਰ ਫਿਰ ਵਧਾਤੇ। ਲੋਕਾਂ ਦੇ ਉੱਤੇ ਲੋਕਾਂ ਦੀਆਂ ਜੇਬਾਂ ਚੋਂ ਕੱਢ, ਉਹਨਾਂ ਨੇ ਕਿਹੜਾ ਕਿਤੋਂ ਘਰੋਂ ਲੈ ਕੇ ਆਉਣੇ? ਭਗਵੰਤ ਮਾਨ ਹੋਰਾਂ ਨੇ ਕੋਈ ਆਪਣਾ ਖੇਤ ਵੇਚਣਾ ਇਹਦੇ ਲਈ ਕਿ ਨਹੀਂ ਤੁਹਾਨੂੰ ਮਿਲਣੀ ਚਾਹੀਦੀ ਮੁਫਤ ਬਿਜਲੀ, ਮੈਂ ਆਪਣੇ ਖੇਤ ਵੇਚ ਦੂੰਗਾ। ਤੁਹਾਡੇ ਕੋਲ ਹੀ ਕੱਢਣੇ ਆ, ਲੋਕਾਂ ਤੋਂ ਹੀ ਲੈਣੇ ਆ, ਲੋਕਾਂ ਤੋਂ ਲੈ ਕੇ ਲੋਕਾਂ ਤੇ ਖਰਚ ਕਰਕੇ ਤੇ ਅਹਿਸਾਨ ਵੀ ਲੋਕਾਂ ਦੇ ਕਰਨਾ। ਦੇਖਿਆ ਤੁਹਾਡੇ ਲਈ ਆ ਕਰਤਾ। ਬਿਲਕੁਲ ਆਹੀ ਤੇ ਗੱਲ ਹੈਗੀ ਹੈ। ਅਸੀਂ ਇਹ ਗੱਲ ਅਕਸਰ ਭਗਵੰਤ ਮਾਨ ਉਹਨਾਂ ਨੂੰ ਤੇ ਕੇਜਰੀਵਾਲ ਉਹਨਾਂ ਨੂੰ ਕਹਿੰਦੇ ਹੋਏ ਸੁਣਿਆ ਵੀ ਲੋਗੋਂ ਕੇ ਪੈਸੇ ਹੈ, ਲੋਗੋਂ ਨੂੰ ਬਾਂਟ ਰਹੇ ਹੈ, ਦਿੱਕਤ ਕਿਆ ਹੈ? ਤੁਸੀਂ ਇਹ ਦੱਸੋ ਵੀ ਤੁਸੀਂ ਲੋਕਾਂ ਦੇ ਪੈਸੇ ਵੰਡ ਰਹੇ ਹੋ, ਤੁਸੀਂ ਲੋਕਾਂ ਦੇ ਉੱਤੇ ਕਰਜ਼ਾ ਚੜਾ ਕੇ ਜੇ ਲੋਕਾਂ ਦੇ ਵਿੱਚ ਪੈਸੇ ਵੰਡ ਰਹੇ ਹੋ ਤੇ ਉਹਦੇ ਵਿੱਚ ਬੰਦਰ ਬਾਂਟ ਤੇ ਹੁੰਦੀ ਹੈ। ਤੁਸੀਂ ਜਿਹੜੇ ਲੋਕ ਤੁਹਾਨੂੰ ਇਮਾਨਦਾਰੀ ਨਾਲ ਟੈਕਸ ਪੇ ਕਰ ਰਹੇ ਨੇ ਉਹਨਾਂ ਦਾ ਹੱਕ ਮਾਰ ਕੇ ਉਹਨਾਂ ਤੋਂ ਪੈਸੇ ਲੈ ਕੇ ਤੁਸੀਂ ਇੱਥੇ ਦੇ ਰਹੇ ਹੋ। ਭਾਵੇਂ ਤੁਸੀਂ ਇਹ ਸਾਰੀ ਗੱਲਾਂ ਦੇ ਵਿੱਚ ਰੋਬਿਨ ਹੁੱਡ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਕੀ ਵਾਕਈ ਤੁਸੀਂ ਰੋਬਿਨ ਹੁੱਡ ਹੋ? ਤੁਸੀਂ ਉਹਨਾਂ ਇਮਾਨਦਾਰ ਲੋਕਾਂ ਨੂੰ ਜ਼ਰੂਰ ਪਰੇਸ਼ਾਨ ਕਰ ਰਹੇ ਹੋ, ਲੇਕਿਨ ਕਈ ਐਦਾਂ ਦੇ ਲੋਕਾਂ ਨੂੰ ਵੀ ਇਹ ਹੱਕ ਦੇ ਰਹੇ ਹੋ ਜੋ ਉਸ ਹੱਕ ਦੇ ਹੱਕਦਾਰ ਨਹੀਂ ਹੈ। ਤੇ ਫਿਰ ਸਵਾਲ ਤੇ ਉੱਠਦੇ ਨੇ। ਉਸੇ ਸਵਾਲ ਨੂੰ ਅਸੀਂ ਵੀ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਠਾ ਰਹੇ ਹਾਂ। ਬਿਲਕੁਲ ਕੋਈ ਸ਼ੱਕ ਨਹੀਂ ਆ, ਜਿਹੜੇ ਲੋੜਵੰਦ ਆ ਉਹਨਾਂ ਨੂੰ ਲਾਭ ਮਿਲਣੇ ਚਾਹੀਦੇ। ਸਰਕਾਰਾਂ ਇਸੇ ਕਰਕੇ ਬਣਾਈਆਂ ਜਾਂਦੀਆਂ ਨੇ। ਸਾਡਾ ਸਿਸਟਮ ਲੋਕਤੰਤਰ ਜਿਹੜਾ ਆ ਉਹ ਇਸੇ ਤੌਰ ਤਰੀਕੇ ਨਾਲ ਕੰਮ ਕਰਦਾ ਹੈ ਕਿ ਜਿਹੜਾ ਪਛੜਿਆ ਹੋਇਆ ਆ ਉਹਦੀ ਬਾਹ ਫੜ ਕੇ ਉਹਨੂੰ ਅੱਗੇ ਲੈ ਕੇ ਆਓ। ਜਿਹੜਾ ਅਗਾਂਹ ਆ ਉਹ ਆਪਣੇ ਤਰੀਕੇ ਨਾਲ ਤੁਰਿਆ ਜਾਏਗਾ, ਉਹਨੂੰ ਲੋੜ ਨਹੀਂ ਆ। ਜਿਹੜੇ ਹੇਠਾਂ ਆ ਉਹਨਾਂ ਨੂੰ ਸਪੋਰਟ ਸਿਸਟਮ ਦੇ ਕੇ ਉੱਪਰ ਲੈ ਕੇ ਆਓ। ਬਰਾਬਰਤਾ ਦਾ ਇੱਕ ਮਾਹੌਲ ਬਣਾਉਣਾ ਹੁੰਦਾ। ਪਰ ਜੇ ਤੁਸੀਂ ਅੱਗੇ ਵਾਲੇ ਨੂੰ ਵੀ ਅੱਗੇ ਤੋਰੀ ਜਾਓਗੇ ਤੇ ਪਿਛਲੇ ਨੂੰ ਵੀ ਕਹੋਗੇ ਤੇਰੇ ਲਈ ਬਾਹ ਫੜਦੇ, ਬਰਾਬਰ ਨਹੀਂ ਹੋ ਪਾਉਣਗੇ। ਅੱਗੇ ਵਾਲਾ ਬਹੁਤ ਅੱਗੇ ਨਿਕਲ ਜਾਏਗਾ ਤੇ ਪਿੱਛੇ ਵਾਲਾ ਪਿੱਛੇ। ਹੁਣ ਜਿਹੜਾ ਬੰਦਾ ਲੱਖ ਰੁਪਈਆ ਕਮਾਉਂਦਾ ਆ, ਜਿਹਦੀ ਲੱਖ ਨਹੀਂ 50,000 ਰੁਪਈਆ ਵੀ ਮਹੀਨੇ ਦੀ ਤਨਖਾਹ ਹੈਗੀ ਆ, ਕੀ ਉਹ 2-4-5 ਹਜ਼ਾਰ ਬਿਜਲੀ ਦਾ ਬਿੱਲ ਨਹੀਂ ਤਾਰ ਸਕਦਾ? ਉਹਦਾ ਉਹ ਵੱਧ ਗਿਆ ਨਾ।
ਉਹਦਾ ਉਹ ਬਚ ਗਿਆ, ਉਹ ਹੋਰ ਪਾਸੇ ਖਰਚ ਕਰ ਲੇਗਾ। ਤੇ ਜਿਹਦਾ ਬਿੱਲ ਹੀ 200-400 ਆਉਣਾ ਹੁੰਦਾ ਸੀਗਾ, ਕਿਉਂਕਿ ਉਹੀ 2 ਬਲਬ ਕਿਤੇ ਪੱਖਾ ਚੱਲਦਾ ਹੋਊਗਾ ਮਾੜਾ ਮੋਟਾ, ਤੇ ਉਹਨਾਂ ਕੀ ਉਹਦਾ ਬਿੱਲ ਆਉਣਾ ਸੀ, ਉਹਨੂੰ ਵੀ ਤੁਸੀਂ ਉੱਥੇ ਰੱਖਿਆ, ਉਹਨੇ ਇੱਕ ਨਾਲ ਉਹਨੂੰ ਰਾਹਤ ਮਿਲੀ, ਗੱਲ ਉਹਦੀ ਵੀ ਉੱਥੇ ਹੀ ਰਹਿ ਗਈ। ਸੋ ਦੇਖਦੇ ਹਾਂ ਗੱਲ ਤੁਰਦੀ ਕਿਹੜੇ ਪਾਸੇ ਨੂੰ, ਪਰ ਇੰਨਾ ਜ਼ਰੂਰ ਹੈ ਬੜਾ ਕੁਝ ਆ ਜਿਹੜਾ ਥੋੜਾ ਜਿਹਾ ਪੋਲਿਟਿਕਸ ਤੋਂ ਪਰੇ ਹੋ ਕੇ ਕਦਮ ਚੁੱਕਣ ਦੀ ਲੋੜ ਹੈ ਸਰਕਾਰਾਂ ਨੂੰ। ਤਵੱਕੋ ਰੱਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੋਂ, ਕਿਉਂਕਿ ਉਹ ਦੱਸਦੇ ਨੇ, ਉਹ ਕਹਿੰਦੇ ਨੇ, ਉਹ ਦਾਅਵਾ ਕਰਦੇ ਨੇ ਕਿ ਅਸੀਂ ਵੱਖਰੇ ਹਾਂ, ਅਸੀਂ ਆਮ ਲੋਕਾਂ ਚੋਂ ਹਾਂ। ਫਿਲਹਾਲ ਦਿੱਲੀ ਦੀ ਗੱਲ ਕਰਨੀ ਬਣਦੀ ਆ, ਕਿਉਂਕਿ ਦਿੱਲੀ ਦੇ ਨਾਲ ਬੜਾ ਕੁਝ ਜੁੜਿਆ ਹੋ, ਕਿ ਦਿੱਲੀ ਦੇ ਨਾਲ ਕੇਂਦਰੀ ਸੱਤਾ ਵੀ ਜੁੜੀ ਹੋਈ ਤੇ ਦਿੱਲੀ ਨਾਲ ਸਾਡੀ ਪੰਜਾਬ ਵਾਲੀ ਸਰਕਾਰ ਵੀ ਜੁੜੀ ਹੋਈ ਆ, ਕਿਉਂਕਿ ਉਹੀ ਪਾਰਟੀ ਉੱਥੇ ਤੇ ਉਹੀ ਪਾਰਟੀ ਇੱਥੇ। ਦਿੱਲੀ ਨਾਲ ਕੀ ਕੁਝ ਹੋ ਰਿਹਾ, ਪੋਲੀਟੀਕਲ ਪਾਰਟੀਆਂ ਵੱਲੋਂ ਕੀ ਕੁਝ ਕੀਤਾ ਜਾ ਰਿਹਾ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ 'ਚ LG ਲੈਫਟੀਨੈਂਟ ਗਵਰਨਰ ਤੇ ਲੈਫਟੀਨੈਂਟ ਗਵਰਨਰ ਦੀ ਪਿੱਠ ਦੇ ਉੱਤੇ ਕੇਂਦਰ ਦੀ ਸਰਕਾਰ। ਤੇ ਦਿੱਲੀ ਕੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਕੀ UT ਹੈਗਾ ਜਾਂ ਦੋਨੇ ਨਹੀਂ ਹੈਗੇ। ਕੱਲ ਅਮਿਤ ਸ਼ਾਹ ਨੇ ਸੰਸਦ ਦੇ ਅੰਦਰ ਇਹ ਇੱਕ ਤਰੀਕੇ ਨਾਲ ਕਹਿਤਾ ਕਿ ਜੀ ਇਦਾਂ ਤਾਂ ਹੈ ਹੀ ਨਹੀਂ ਆ, ਨਾ UT ਆ ਨਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਇਹ ਤਾਂ ਕੈਪੀਟਲ ਸਿਟੀ ਹੈਗੀ ਆ, ਇੱਥੇ ਇਹ ਆਰਡੀਨੈਂਸ ਲਿਆਂਦਾ ਜਾ ਸਕਦਾ। ਐਵੇਂ ਹੀ ਤੁਸੀਂ ਲੋਕਤੰਤਰ ਦੀਆਂ ਦਹਾਈਆਂ ਪਾਈ ਜਾ ਰਹੇ ਹੋ, ਤੁਸੀਂ ਗਲਤ ਹੋ, ਅਸੀਂ ਠੀਕ ਆ। ਪਰ ਇਹੀ ਭਾਰਤੀ ਜਨਤਾ ਪਾਰਟੀ ਕਿਸੇ ਸਮੇਂ ਆਪਣੇ ਮੈਨੀਫੈਸਟੋ 'ਚ ਇਹ ਲਿਖ ਕੇ ਚੋਣ ਲੜਿਆ ਕਰਦੀ ਸੀ, ਦਿੱਲੀ ਨੂੰ ਪੂਰਨ ਸਟੇਟ ਦਾ ਦਰਜਾ ਦਿਵਾਉਣਾ, ਦਿੱਲੀ ਨੂੰ ਪੂਰਨ ਸਟੇਟ ਦਾ ਦਰਜਾ ਦਿਵਾਉਣਾ। ਉਹੀ ਅਰਵਿੰਦ ਕੇਜਰੀਵਾਲ ਜਿਹੜੇ ਅੱਜ ਲੜਦੇ ਪਏ ਅਧਿਕਾਰਾਂ ਲਈ, ਇਹ ਵੀ ਤਾਂ ਇਹੀ ਦਾਅਵਾ ਕਰਦੇ ਹੁੰਦੇ ਸੀ ਦਿੱਲੀ ਨੂੰ ਪੂਰਨ ਸਟੇਟ ਦਾ ਦਰਜਾ ਦਿਵਾਉਣਾ। ਨਾ ਅੱਜ ਉਹ ਪੂਰਨ ਸਟੇਟ ਲਈ ਕੇਜਰੀਵਾਲ ਲੜਦੇ ਨਜ਼ਰ ਆ ਰਿਹਾ, ਨਾ ਜਿੰਨੀ ਕਿ ਸਟੇਟ ਹੈਗੀ ਆ ਉਹਨਾਂ ਰਹਿਣ ਦੇ ਵੱਲ ਕੇਂਦਰ ਦੀ ਸੱਤਾ ਕੰਮ ਕਰਦੀ ਹੈ। ਭਾਸਕਰ ਸਾਹਿਬ ਮੰਨ ਕੇ ਚੱਲੀਏ ਫਿਰ ਦਿੱਲੀ ਵਾਲੀ ਬਿੱਲੀ ਥੈਲਿਓਂ ਬਾਹਰ ਆ ਗਈ ਕਿ ਅਸਲ ਦੇ ਵਿੱਚ ਸਿਰਫ ਕੁਰਸੀਆਂ ਦਾ ਹੀ ਖੇਡ ਆ, ਦਿੱਲੀ ਨਾਲ ਕਿਸੇ ਨੂੰ ਲਗਾਵ ਨਹੀਂ ਹੈਗਾ। ਜਦੋਂ ਤੋਂ ਦਿੱਲੀ ਦੇ ਵਿੱਚ ਇਲੈਕਸ਼ਨ ਸਿਸਟਮ ਸ਼ੁਰੂ ਹੋਇਆ ਤਦੋਂ ਤੋਂ ਜਾਂ ਤੇ ਕਾਂਗਰਸ ਦੀ ਸਰਕਾਰ ਰਹੀ ਸੀ ਜਾਂ ਫਿਰ BJP ਦੀ ਸਰਕਾਰ ਰਹੀ ਸੀ। ਕਾਂਗਰਸ ਦੀ ਸ਼ੀਲਾ ਦੀਕਸ਼ਿਤ ਔਰ ਉਸ ਤੋਂ ਪਹਿਲੇ ਵੀ ਕਾਂਗਰਸ ਦੀ ਇੱਕ ਵਾਰ ਸਰਕਾਰ ਸੀਗੀ, ਲੇਕਿਨ ਜ਼ਿਆਦਾਤਰ ਸਾਹਿਬ ਸਿੰਘ ਵਰਮਾ BJP ਦੇ ਹੋਣ, ਮਦਨ ਲਾਲ ਖੁਰਾਨਾ ਹੋਣ, ਵਿਜੇ ਕੁਮਾਰ ਮਲਹੋਤਰਾ ਹੋਣ ਜਾਂ ਫਿਰ ਸੁਸ਼ਮਾ ਸਵਰਾਜ, ਇਹ ਲਗਾਤਾਰ ਉੱਥੇ ਮੁੱਖ ਮੰਤਰੀ ਰਹੇ ਨੇ। ਔਰ ਇਹੀ ਸਿਸਟਮ, ਜਿਹੜੇ ਸਿਸਟਮ ਦੀ ਅੱਜ ਗੱਲਾਂ ਲੋਕ ਸਭਾ ਦੇ ਵਿੱਚ ਹੋ ਰਹੀਆਂ, ਇਹੀ ਸਿਸਟਮ ਚੱਲਦਾ ਸੀਗਾ। ਔਰ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਕੇਂਦਰ ਦੇ ਵਿੱਚ ਕਾਂਗਰਸ ਦੀ ਹੁੰਦੀ ਸੀ, ਤਦ ਇਹ ਰੇੜਕਾ ਕਦੀ ਵੀ ਨਹੀਂ ਪਿਆ। ਜਗਮੋਹਨ ਜਿਹੜੇ ਦਿੱਲੀ ਦੇ ਗਵਰਨਰ ਬਣਾਏ ਗਏ ਸੀ, ਲੈਫਟੀਨੈਂਟ ਗਵਰਨਰ ਬਣਾਏ ਗਏ ਸੀ, ਉਸ ਤੋਂ ਪਹਿਲੇ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੇ ਕੀਤੇ ਹੋਏ ਕੰਮ ਬਤੌਰ ਗਵਰਨਰ ਉਹ ਦਿੱਲੀ ਦੀ ਜਨਤਾ ਯਾਦ ਕਰਦੀ ਸੀ ਜੀ। ਪਰ ਇਹ ਰਫੜ ਕਦੀ ਵੀ ਨਹੀਂ ਪਿਆ ਕਿ ਜਗਮੋਹਨ ਉਹਨਾਂ ਦਾ ਇਲੈਕਟਿਡ ਸਰਕਾਰ ਦੇ ਨਾਲ ਕੋਈ ਪੰਗਾ ਪਏ। ਕਿਉਂ ਨਹੀਂ ਪੈਂਦਾ ਸੀ ਪੰਗਾ? ਕਿਉਂਕਿ ਉਸ ਟਾਈਮ ਦੀ ਸਰਕਾਰਾਂ ਕਿਸੇ ਦੂਜੀ ਪਾਰਟੀ ਦੀ ਸਰਕਾਰਾਂ ਨੂੰ ਸਹਿਜਤਾ ਨਾਲ ਲੈਂਦੀ ਸੀ। ਜੇ ਇਲੈਕਟਿਡ ਗਵਰਨਮੈਂਟ ਹੈ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਸੀ। ਔਰ ਕਦੀ ਵੀ ਲੈਫਟੀਨੈਂਟ ਗਵਰਨਰ ਦੀ ਪਾਵਰ ਜ਼ਿਆਦਾ ਹੈਗੀ ਹੈ ਇਹ ਸਵਾਲ ਕਦੀ ਉੱਠ ਕੇ ਖੜਾ ਨਹੀਂ ਹੋਇਆ। ਔਰ ਉਹ तमाम ਪੋਲੀਟੀਕਲ ਪਾਰਟੀਆਂ, ਭਾਵੇਂ ਕਾਂਗਰਸ ਹੋਏ ਭਾਵੇਂ ਆ ਜਿਹੜੇ BJP ਦੀ ਗੱਲ ਕਰੀਏ, ਉਹਨਾਂ ਦੇ ਮੈਨੀਫੈਸਟੋ ਨੂੰ ਉਹਨਾਂ ਟਾਈਮ ਵਿੱਚ ਤੁਸੀਂ ਖੋਲ ਕੇ ਦੇਖ ਲਓ, ਉਹਦੇ ਵਿੱਚ ਤੁਹਾਨੂੰ ਇਹ ਵਾਅਦਾ ਜ਼ਰੂਰ ਮਿਲੇਗਾ ਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਅਸੀਂ ਦਿਲਾਵਾਂਗੇ। ਹੁਣ ਉਲਟਾ ਸਟੇਜ ਘੁੰਮ ਜਾਂਦੀ ਹੈ। ਇੱਕ ਨਵੀਂ ਪਾਰਟੀ ਆਮ ਆਦਮੀ ਪਾਰਟੀ 2015 ਦੇ ਵਿੱਚ ਸਰਕਾਰ ਬਣਾਉਂਦੀ ਹੈ ਔਰ ਲੈਫਟੀਨੈਂਟ ਗਵਰਨਰ ਵੱਡਾ ਹੈ ਕਿ ਇਲੈਕਟਿਡ ਚੀਫ ਮਿਨਿਸਟਰ ਵੱਡਾ ਹੈ, ਸਵਾਲ ਵੀ ਤਦ ਹੀ ਖੜਾ ਹੁੰਦਾ ਹੈ। ਉਸ ਤੋਂ ਪਹਿਲੇ ਕਦੀ ਸਵਾਲ ਨਹੀਂ ਖੜਾ ਹੋਇਆ ਸੀਗਾ। ਇਹ ਸਵਾਲ ਇੰਨਾ ਵੱਡਾ ਹੋ ਜਾਂਦਾ ਹੈ ਕਿ ਕੱਲ ਲੋਕ ਸਭਾ ਦੇ ਵਿੱਚ ਉਹ ਸਰਵਿਸਿਜ਼ ਦਿੱਲੀ ਯੂਨੀਅਨ ਟੈਰੀਟਰੀ ਜਿਹੜੀ ਸਰਵਿਸਿਜ਼ ਬਿੱਲ ਅਮੈਂਡਮੈਂਟ ਬਿੱਲ ਹੈ ਉਹ ਲੈ ਕੇ ਆਇਆ ਜਾਂਦਾ। ਔਰ ਉਸ ਸਾਰੀ ਗੱਲਾਂ ਦੇ ਉੱਤੇ ਅਮਿਤ ਸ਼ਾਹ ਉਹਨਾਂ ਜਦ ਪ੍ਰੈਜ਼ੈਂਟ ਕਰ ਰਹੇ ਸੀ ਉਹ ਕਹਿੰਦੇ ਨੇ ਕਿ ਸਾਨੂੰ ਇਹ ਐਕਟ ਬਣਾਉਣ ਦਾ ਅਧਿਕਾਰ ਹੈ, ਤਾਂ ਅਸੀਂ ਆਪਣਾ ਅਧਿਕਾਰ ਯੂਜ਼ ਕਰ ਰਹੇ ਹਾਂ। ਸਾਨੂੰ ਸੰਵਿਧਾਨ ਦਿੰਦਾ ਹੈ ਅਧਿਕਾਰ, ਪਰ ਅਗਰ ਤੁਹਾਨੂੰ ਇਹ ਅਧਿਕਾਰ ਸੰਵਿਧਾਨ ਦਿੰਦਾ ਹੈ ਤੇ ਤੁਸੀਂ ਉਸ ਮੰਗ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਕਿਉਂ ਪਾਇਆ ਸੀਗਾ? ਫਿਰ ਦੂਜੀ ਗੱਲ, ਤੁਸੀਂ ਇਹ ਗੱਲ ਕਹਿੰਦੇ ਹੋ ਕਿ ਨਹਿਰੂ ਉਹਨਾਂ ਨੇ ਉਸ ਟਾਈਮ 1950 ਤੋਂ ਲੈ ਕੇ ਤਦ ਤੱਕ ਇਹ ਸਾਰੀ ਗੱਲਾਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸੀਗੀ, ਜਿਹਦੇ ਆਧਾਰ ਦੇ ਉੱਤੇ ਅਸੀਂ ਅੱਗੇ ਵਧਦੇ ਨਜ਼ਰ ਆ ਰਹੇ ਹਾਂ। ਕਿਸੇ ਨਾ ਕਿਸੇ ਜਗ੍ਹਾ ਕੋਈ ਨਾ ਕੋਈ ਝੋਲ ਤੇ ਹੈ। ਪਰ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੁੰਦੇ ਹੀ ਕਿਉਂ? ਜੇ ਇੱਕ ਇਲੈਕਟਿਡ ਮੁੱਖ ਮੰਤਰੀ ਔਰ ਅਸੈਂਬਲੀ ਹੋਣ ਦੇ ਬਾਵਜੂਦ ਵੀ ਉਸ ਅਸੈਂਬਲੀ ਜਾਂ ਇਲੈਕਟਿਡ ਚੀਫ ਮਿਨਿਸਟਰ ਨੂੰ ਕੋਈ ਇਖਤਿਆਰ ਨਾ ਹੋਣ ਤੇ ਉਸ ਇਲੈਕਸ਼ਨ ਦਾ ਫਾਇਦਾ ਕੀ ਹੈ? ਹੁਣ ਅਮਿਤ ਸ਼ਾਹ ਉਹਨਾਂ ਨਾਲ ਦੇ ਨਾਲ ਕੱਲ ਅਗਰ ਲੋਕ ਸਭਾ ਦੇ ਵਿੱਚ ਇਹ ਵੀ ਦੱਸ ਦਿੰਦੇ ਕਿ ਦਿੱਲੀ ਦੇ ਵਿੱਚ ਅੱਗੇ ਤੋਂ ਕੋਈ ਵੀ ਵਿਧਾਇਕ ਦੇ ਯਾਨੀ ਅਸੈਂਬਲੀ ਦੇ ਇਲੈਕਸ਼ਨ ਨਹੀਂ ਹੋਣਗੇ ਤੇ ਜ਼ਿਆਦਾ ਵਧੀਆ ਹੁੰਦਾ। ਮੈਨੂੰ ਇਹ ਲੱਗਦਾ ਸੀਗਾ ਕਿ ਵੀ ਮੈਨੂੰ ਇਹ ਲੱਗਦਾ ਹੈ ਹਮੇਸ਼ਾ ਵਾਸਤੇ ਰਫੜ ਨਿਪਟ ਜਾਂਦਾ। ਜੇ ਨਹੀਂ ਹੈ ਉੱਥੇ ਦਿੱਲੀ ਸਰਕਾਰ ਦੀ ਲੋੜ, ਫਿਰ ਸਰਕਾਰ ਬਣਾਈ ਕਿਉਂ ਗਈ? ਜੇ ਲੋੜ ਹੈ
ਤੇ ਫਿਰ ਉਹ ਅਧਿਕਾਰ ਕਿਉਂ ਨਹੀਂ ਦਿੱਤੇ ਗਏ ਸਰਕਾਰ ਚਲਾਉਣ ਵਾਸਤੇ, ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਲੈਕਟ ਕੀਤਾ? ਕਿਉਂਕਿ ਕੇਜਰੀਵਾਲ ਇਹ ਇਕੱਲਾ ਦਿੱਲੀ ਵਾਲੀ ਵੀ ਗੱਲ ਨਹੀਂ ਆ। ਤੁਸੀਂ ਕਿਹਾ ਜੀ ਪਹਿਲਾਂ LG ਦਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਅਧਿਕਾਰ ਹੈ। ਪਹਿਲਾਂ ਤਾਂ ਗਵਰਨਰ ਦੇ ਅਧਿਕਾਰਾਂ ਦਾ ਵੀ ਨਹੀਂ ਪਤਾ ਹੁੰਦਾ ਸੀ ਪੰਜਾਬ ਦੇ ਵਿੱਚ। ਹੁਣ ਤੱਕ ਚੱਲਦੀ ਰਹੀ ਹੈ ਸਰਕਾਰ ਕਿ ਗਵਰਨਰ ਦੇ ਆਹ ਅਧਿਕਾਰ ਹੁੰਦੇ। ਹੁਣ ਪੰਜਾਬ 'ਚ ਵੀ ਪਤਾ ਲੱਗਾ, ਪੱਛਮੀ ਬੰਗਾਲ 'ਚ ਵੀ ਪਤਾ ਲੱਗਾ। ਇਹ ਸਿਰਫ ਅਧਿਕਾਰਾਂ ਵਾਲੀ ਗੱਲ ਆ ਗਈ ਹੈ ਜਾਂ ਅਧਿਕਾਰ ਜਾਂ ਜਿੱਥੇ ਕਲੈਸ਼ ਕਰਦੀਆਂ ਨੇ ਚੀਜ਼ਾਂ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਰਿਹਾ? ਦੇਖੋ, ਜਦ ਵਿਰੋਧੀ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੋਈ, ਵਿਰੋਧੀ ਮਤਲਬ ਦੂਜੀ ਪਾਰਟੀ ਦੀ, ਹੁਣ ਵਿਰੋਧੀ ਨਹੀਂ ਕਹਿ ਸਕਦੇ ਆਪਾਂ ਭਾਜਪਾ ਨੂੰ। ਭਾਜਪਾ ਤੋਂ ਇਲਾਵਾ ਜਿੰਨੀ ਵੀ ਹੋਰ ਪਾਰਟੀਆਂ ਜਿਹੜੀ ਇੰਡੀਆ ਦੇ ਵਿੱਚ ਹੈਗੀਆਂ ਉਹਨਾਂ ਨੂੰ ਆਪਾਂ ਵਿਰੋਧੀ ਦਲ ਕਹਿੰਦੇ ਆ। ਹੁਣ ਵਿਰੋਧੀ ਪਾਰਟੀਆਂ ਅਗਰ ਕਿਸੇ ਗੱਲ ਦੇ ਉੱਤੇ ਆਬਜੈਕਸ਼ਨ ਲਾਉਂਦੀ ਹੈ, ਫੈਡਰਲ ਸਿਸਟਮ ਦੇ ਉੱਤੇ ਅਟੈਕ ਦੀ ਗੱਲਾਂ ਕਰਦੀ ਹੈ, ਔਰ ਉਸ ਫੈਡਰਲ ਸਿਸਟਮ ਦੇ ਉੱਤੇ ਜਦ ਅਟੈਕ ਹੋਇਆ ਉਹਨਾਂ ਵਿੱਚੋਂ ਹੀ ਕੁਝ ਪਾਰਟੀਆਂ ਉਹ ਸੱਤਾ ਦੇ ਨਾਲ ਖੜੀ ਹੁੰਦੀ ਹੈ, ਤੇ ਫਿਰ ਸਵਾਲ ਜਿਸ ਤਰ੍ਹਾਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਹੋਰ ਵੱਡੇ ਹੋ ਜਾਂਦੇ ਆ, ਕਿਉਂਕਿ ਤੂੰ ਮੈਂ ਦੇ ਵਿੱਚ ਇਹ ਸਾਰਾ ਗੇਮ ਹੈ ਉਹ ਇੱਕ ਤਰੀਕੇ ਨਾਲ ਉਲਝ ਕੇ ਰਹਿ ਜਾਂਦਾ ਹੈ। ਪਰ ਕੱਲ ਜੋ ਕੁਝ ਲੋਕ ਸਭਾ ਦੇ ਵਿੱਚ ਹੋਇਆ ਚੰਗਾ ਮਾੜਾ ਸਾਨੂੰ ਨਹੀਂ ਪਤਾ, ਪਰ ਉਹ ਬਿੱਲ ਪਾਸ ਹੋ ਗਿਆ। ਉਸ ਬਿੱਲ ਦੇ ਨਾਲ ਦਿੱਲੀ ਸਰਕਾਰ ਦੀ ਤਾਕਤਾਂ ਪਰ ਕਤਰ ਦਿੱਤੇ ਗਏ। ਰਾਜ ਸਭਾ ਦੇ ਵਿੱਚ ਹੁਣ ਇਹ ਬਿੱਲ ਪੇਸ਼ ਕੀਤਾ ਜਾਏਗਾ ਔਰ ਇਸ ਬਿੱਲ ਨੂੰ ਹੁਣ ਐਕਟ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ, ਕਾਰਨ ਕਿ ਰਾਜ ਸਭਾ ਦੇ ਵਿੱਚ ਵੀ ਨੰਬਰ ਗੇਮ ਉਹ ਸੱਤਾ ਦੇ ਪੱਖ 'ਚ ਹੈਗੇ ਨੇ ਔਰ ਬੜੀ ਛੇਤੀ ਦਿੱਲੀ ਦੇ ਵਿੱਚ ਇੱਕ ਨਵੀਂ ਸੱਤਾ ਦਾ ਰਜੀਮ ਸ਼ੁਰੂ ਹੋਏਗਾ, ਜਿਹਦੇ ਵਿੱਚ ਕੇਜਰੀਵਾਲ ਜਾਂ ਕੋਈ ਵੀ ਇਲੈਕਟਡ ਚੀਫ ਮਿਨਿਸਟਰ ਹੋਣਗੇ ਉਹ ਮੂਕ ਦਰਸ਼ਕ ਬਣ ਕੇ ਬੈਠਣਗੇ। ਉਹਨਾਂ ਦਾ ਕੋਈ ਅਧਿਕਾਰ ਨਹੀਂ ਹੋਏਗਾ। ਉਹਨਾਂ ਨੂੰ ਹਰ ਕੰਮ ਵਾਸਤੇ ਕੇਜਰੀਵਾਲ ਜਾਂ ਕੋਈ ਵੀ ਮੁੱਖ ਮੰਤਰੀ ਹੋਏਗਾ ਉਹ ਉਪ ਰਾਜਪਾਲ ਜਿਹੜਾ ਸਿਲੈਕਟਡ ਹੈ ਉਹਦੇ ਕੋਲ ਜਾ ਕੇ ਇਲੈਕਟਡ ਚੀਫ ਮਿਨਿਸਟਰ ਨੂੰ ਹੱਥ ਪੈਰ ਜੋੜ ਕੇ ਆਪਣੇ ਪ੍ਰੋਜੈਕਟ ਪਾਸ ਕਰਾਣੇ ਹੋਣਗੇ। ਬਿਲਕੁਲ ਕੋਈ ਸ਼ੱਕ ਨਹੀਂ। ਤੁਸੀਂ ਨਾ ਫੈਡਰਲ ਢਾਂਚੇ ਦੀ ਗੱਲ ਕੀਤੀ ਭਾਸਕਰ ਸਾਹਿਬ, ਮੈਨੂੰ ਲੱਗਦਾ ਕਿ ਨਾਲ ਹੀ ਜੇ ਫੈਡਰਲ ਢਾਂਚੇ ਦੀ ਗੱਲ ਕਰਦੇ ਆ, ਜੇ ਹੱਕ ਅਧਿਕਾਰਾਂ ਦੀ ਗੱਲ ਕਰਦੇ ਤੇ ਫਿਰ ਇਸ ਸਭ ਦੇ ਵਿੱਚ ਸਾਨੂੰ ਦੇਖਣਾ ਪਏਗਾ। ਇਹ ਕਹਿੰਦੇ ਜੀ ਪਹਿਲਿਆਂ ਨੇ ਨਹੀਂ ਕੀਤਾ, ਅਮਿਤ ਸ਼ਾਹ ਹੋਰਾਂ ਨੇ ਇਹੀ ਉਦਾਹਰਣ ਦਿੱਤੀ ਨਾ ਕਿ ਨਹਿਰੂ ਹੋਰਾਂ ਨੇ ਕਿਉਂ ਨਹੀਂ ਕਰ ਦਿੱਤਾ। ਨਹਿਰੂ ਹੋਰਾਂ ਨੇ ਤਾਂ 370 ਵੀ ਨਹੀਂ ਹਟਾਈ ਸੀਗੀ, ਇਹਨਾਂ ਨੇ ਆਣ ਕੇ ਹਟਾਤੀ ਆ। ਚੀਜ਼ਾਂ ਬਦਲਦੀਆਂ ਤਾਂ ਹੈਗੀਆਂ ਆ। ਹੁਣ ਉਹ ਜਿਹੜੀ 370 ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਬਹਿਸ ਚੱਲਦੀ ਪਈ ਆ, ਜਿੱਥੋਂ ਤੱਕ ਗੱਲ ਪਹੁੰਚ ਗਈ ਆ, ਥੋੜਾ ਜਿਹਾ ਉਹਦਾ ਵੀ ਜ਼ਿਕਰ ਕਰ ਦਿਓ। ਦੇਖੋ, ਧਾਰਾ 370 ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ 20 ਪਟੀਸ਼ਨਸ ਨੂੰ ਡੇ ਟੂ ਡੇ ਬੇਸਿਸ ਦੇ ਉੱਤੇ ਸੁਣਵਾਈ ਸ਼ੁਰੂ ਕੀਤੀ। ਹਜੇ 2 ਕੁ ਦਿਨ ਹੋਏ ਨੇ, 3 ਤਰੀਕ ਨੂੰ ਸ਼ਾਇਦ ਸੁਣਵਾਈ ਸ਼ੁਰੂ ਹੋਈ ਹੈ ਤੇ ਅੱਜ 4 ਤਰੀਕ ਹੈਗੀ ਹੈ ਜਾਂ 2 ਤਰੀਕ ਨੂੰ ਸੁਣਵਾਈ ਸ਼ੁਰੂ ਹੋਈ ਹੈ। ਇਹਨਾਂ 2 ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਤੇ ਆਇਡੈਂਟੀਫਾਈ ਕਰਤੀ ਹੈ ਕਿ ਸਭ ਤੋਂ ਪਹਿਲੇ ਤੇ ਸਾਨੂੰ 2 ਸਵਾਲਾਂ ਦਾ ਉੱਤਰ ਲੱਭਣਾ ਪਏਗਾ। ਪਹਿਲਾ ਸਵਾਲ, ਕੀ ਹੈ ਆਰਟੀਕਲ 370 ਪਰਮਾਨੈਂਟ ਤਰੀਕੇ ਨਾਲ ਲਾਈ ਗਈ ਸੀ, ਯਾਨੀ ਇਹਨੂੰ ਹਟਾਇਆ ਜਾਣਾ ਇਹ ਗੱਲ ਮਨਜ਼ੂਰ ਹੋ ਚੁੱਕੀ ਸੀ ਇਹਨੂੰ ਲਾਉਂਦੇ ਹੋਏ। ਦੂਜਾ, ਜੇ ਕੇਂਦਰ ਸਰਕਾਰ ਨੇ ਆਰਟੀਕਲ 370 ਨੂੰ ਹਟਾਇਆ ਤੇ ਕੀ ਉਹ ਜਿਹੜੀ ਪ੍ਰਕਿਰਿਆ ਪ੍ਰੋਸੈਸ ਕੇਂਦਰ ਸਰਕਾਰ ਨੇ ਅਡਾਪਟ ਕੀਤੀ ਹੈ ਉਹ ਲੀਗਲ ਸੀ, ਕਾਨੂੰਨੀ ਸੀਗੀ। ਹੁਣ ਇਹਨਾਂ ਦੋਨਾਂ ਸਵਾਲਾਂ ਦਾ ਜਵਾਬ ਬੜਾ ਔਖਾ ਹੈ, ਕਿਉਂਕਿ 1950 ਤੋਂ ਬਾਅਦ 1957 ਦੇ ਵਿੱਚ ਇੱਕ ਕਨਸਟੀਟਿਊਐਂਟ ਅਸੈਂਬਲੀ ਬਣੀ ਜੀ, ਔਰ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਇੱਕ ਵੱਖਰਾ ਸੈਪਰੇਟ ਕਨਸਟੀਟਿਊਸ਼ਨ ਲਾਗੂ ਕੀਤਾ ਜਾਏਗਾ ਔਰ ਉਸ ਸੈਪਰੇਟ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਜੰਮੂ ਕਸ਼ਮੀਰ ਦੇ ਵਿੱਚ ਹੋਮ ਮਿਨਿਸਟਰੀ ਦੇ ਕੋਈ ਲਾ ਨਹੀਂ ਚੱਲਦੇ ਸੀ ਔਰ ਬਹੁਤ ਸਾਰੇ ਇਦਾਂ ਦੇ ਸੂਬੇ ਸੀਗੇ, ਚੀਜ਼ਾਂ ਸੀਗੀ ਜੋ ਕਾਨੂੰਨ ਉੱਥੇ ਨਹੀਂ ਚੱਲਦੇ ਸੀ ਔਰ ਸਪੈਸ਼ਲ ਆਰਟੀਕਲ 370 ਉੱਥੇ ਲਾਇਆ ਗਿਆ। ਆਰਟੀਕਲ 370 ਦੇ ਹਿਸਾਬ ਨਾਲ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਨੂੰ ਕੁਝ ਸਪੈਸ਼ਲ ਹੱਕ ਦਿੱਤੇ ਗਏ ਸੀ ਔਰ ਉੱਥੇ ਕਿਸੇ ਵੀ ਬਾਹਰੀ ਵਿਅਕਤੀ ਵਾਸਤੇ ਜ਼ਮੀਨ ਲੈਣਾ ਸੰਭਵ ਨਹੀਂ ਸੀਗਾ। ਇਹਨਾਂ तमाम ਗੱਲਾਂ ਨੂੰ ਅੱਗੇ ਤੋਰਦੇ ਹੋਏ ਜਦ ਅਗਸਤ 2019 ਦੇ ਵਿੱਚ ਇਹ ਆਰਟੀਕਲ 370 ਨੂੰ ਪਾਰਲੀਮੈਂਟ ਦੇ ਜ਼ਰੀਏ ਹਟਾਇਆ ਗਿਆ, ਤਦ ਬੜੇ ਸਾਰੇ ਸਵਾਲ ਪੈਦਾ ਹੋਏ ਸੀ। ਜੰਮੂ ਕਸ਼ਮੀਰ ਦੀ ਪਾਰਟੀਆਂ ਨੇ ਅਪਰੋਚ ਕੀਤਾ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਨੇ ਇਸ ਸੁਣਵਾਈ ਨੂੰ ਫਿਲਹਾਲ ਪੈਂਡਿੰਗ ਰੱਖਿਆ ਸੀ, ਹੁਣ ਸ਼ੁਰੂ ਹੋਈ ਹੈ। ਜਿੱਦਾਂ ਅਸੀਂ ਕਹਿ ਚੁੱਕੇ ਹਾਂ ਕਿ 2 ਸਵਾਲਾਂ ਰਾਜਾ ਹਰੀ ਸਿੰਘ ਨੇ ਜਦ ਇਹ ਫੈਸਲਾ ਕੀਤਾ ਸੀਗਾ, ਚਾਹੇ ਮਜਬੂਰੀ 'ਚ ਕੀਤਾ ਸੀਗਾ ਕਿ ਉਹ ਇੰਡੀਆ ਦੇ ਨਾਲ ਰਹਿਣਾ ਚਾਹੁੰਦੇ ਨੇ, ਤਦ ਤੋਂ ਇਹ ਸਵਾਲ ਅੱਜ ਤੱਕ ਤੈਰ ਰਿਹਾ। ਇਹਦੇ ਉੱਤਰ ਮਿਲਣੇ ਹਜੇ ਟਾਈਮ ਲੱਗੂਗਾ। ਹੁਣ ਕਨਸਟੀਟਿਊਸ਼ਨ ਬੈਂਚ ਸੁਪਰੀਮ ਕੋਰਟ ਨੇ ਸੁਣਵਾਈ ਸ਼ੁਰੂ ਕੀਤੀ ਹੈ, ਹੋ ਸਕਦਾ ਕੋਈ ਸਿੱਟਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਨਿਕਲ ਗਿਆ ਹੈ। ਬਿਲਕੁਲ, ਬਹੁਤ ਇਹ ਵੀ ਆਪਣੇ ਆਪ ਦੇ ਵਿੱਚ ਅਹਿਮ ਹੈ ਕਿ ਜਦੋਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ, ਭਾਰਤ ਦੇ ਵਿੱਚ ਇੱਕੋ ਇਕਲੌਤਾ ਸੂਬਾ ਸੀਗਾ ਜਿਹਨੂੰ ਬਾਕੀ ਰਾਜਾਂ ਤੋਂ ਵੀ ਕਿਤੇ ਵੱਧ ਕੇ ਅਧਿਕਾਰ ਮਿਲੇ ਸੀਗੇ। ਇੱਕ ਸਪੈਸ਼ਲ ਸਟੇਟ ਵਾਲਾ ਹੀ ਦਰਜਾ ਕਿਹਾ ਜਾ ਸਕਦਾ ਸੀ, ਉਹ ਸੀ ਜੰਮੂ ਕਸ਼ਮੀਰ। ਪਰ 370 ਹਟਾਈ ਜਾਂਦੀ ਹੈ, ਉਸ ਸੂਬੇ ਨੂੰ 3 ਹਿੱਸਿਆਂ 'ਚ ਡਿਵਾਈਡ ਕੀਤਾ ਜਾਂਦਾ, ਜੰਮੂ ਵੱਖਰਾ, ਕਸ਼ਮੀਰ ਵੱਖਰਾ ਤੇ ਲੇਹ ਲਦਾਖ ਨੂੰ ਇੱਕ UT ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ। ਤੇ ਚੋਣਾਂ ਅਜੇ ਉੱਥੇ ਜੰਮੂ ਜਾਂ ਕਸ਼ਮੀਰ ਦੇ ਵਿੱਚ ਨਹੀਂ ਹੋਈਆਂ। ਪਰਸੀਮਨ ਪਿਛਲੇ ਸਮੇਂ ਦੇ ਵਿੱਚ ਹੋਇਆ
ਹੁਣ ਉਹਦੇ ਤੋਂ ਬਾਅਦ ਗੱਲ ਮੁੱਕਦੀ ਕਿੱਥੇ ਜਾ ਕੇ ਇਹ ਦੇਖਣਾ ਅਜੇ ਬਾਕੀ ਆ। ਪਰ ਚਰਚਾ ਜੇ ਸੁਪਰੀਮ ਕੋਰਟ ਦੇ ਵਿੱਚ ਸ਼ੁਰੂ ਹੋਈ ਹੈ ਤਾਂ ਉਮੀਦ ਰੱਖਦੇ ਹਾਂ ਇਹ ਕਿਸੇ ਸਿਰੇ ਬੰਨੇ ਵੀ ਲਾਜ਼ਮੀ ਤੌਰ ਤੇ ਲੱਗੇਗੀ। ਫਿਲਹਾਲ ਇਸੇ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।